ਸੈਕਿੰਡ ਟੌਪਿਕ ਸਾਡੇ ਕੋਲ ਹੈਗਾ ਪ੍ਰੋਡਕਟ ਐਂਡ ਸਰਵਿਸ ਡਿਜ਼ਾਈਨ। ਕਿਸੇ ਵੀ ਕੰਪਨੀ ਜਿਵੇਂ ਹੁਣ ਆਪਣੀ ਬੁੱਕ ਜਿਹੜੀ ਹੈਗੀ ਆਪਰੇਸ਼ਨ ਮੈਨੇਜਮੈਂਟ ਦੇ ਵਿੱਚ ਇਹ ਕੰਮ ਵੀ ਹਮੇਸ਼ਾ ਆਉਂਦਾ ਹੈਗਾ ਵੀ ਜਿਹੜਾ ਤੁਹਾਡਾ ਪ੍ਰੋਡਕਟ ਹੈ ਜਾਂ ਤੁਸੀਂ ਜੋ ਸਰਵਿਸ ਜਨਰੇਟ ਕਰ ਰਹੇ ਹੋ ਕੰਪਨੀ ਦੇ ਵਿੱਚ ਉਹਦੀ ਡਿਜ਼ਾਈਨ ਹੋਣੀ ਜ਼ਰੂਰੀ ਹੈ। ਇਹਨਾਂ ਨੇ ਤੁਹਾਡੇ ਕੋਲ ਲਿਖਿਆ ਵੀ ਹੈਗਾ ਪ੍ਰੋਡਕਟ ਆਫ ਡਿਜ਼ਾਈਨ ਆਫਰ ਮੇਕ ਬ੍ਰੇਕ ਕੰਪਨੀਜ਼। ਕਿਸੇ ਵੀ ਪ੍ਰੋਡਕਟ ਦੀ ਕੰਪਨੀ ਜੋ ਵੀ ਹੈਗੀਆਂ ਨੇ ਉਹਨਾਂ ਦੇ ਡਿਜ਼ਾਈਨ ਕਿਨੇ ਕੰਪਨੀ ਨੂੰ ਕਈ ਤਾਂ ਬਣਾ ਦਿੰਦੇ ਨੇ, ਕਈ ਕੰਪਨੀਆਂ ਬੰਦ ਵੀ ਹੋ ਜਾਂਦੀਆਂ ਨੇ ਕਿਉਂਕਿ ਜਿੰਨਾ ਚਿਰ ਕੰਪਨੀ ਦੇ ਵਿੱਚ ਕੋਈ ਡਿਜ਼ਾਈਨਸ ਨਹੀਂ ਚੱਲਣਗੇ ਮੀਨਸ ਨਹੀਂ ਐਡਵਰਟਾਈਜ਼ਮੈਂਟ ਪ੍ਰੋਪਰ ਤਰੀਕੇ ਨਾਲ ਹੋਊਗੀ ਤਾਂ ਮੇ ਬੀ ਕੰਪਨੀ ਦੇ ਪ੍ਰੋਡਕਟ ਜੋ ਹੈ ਮਾਰਕੀਟ 'ਚ ਡਾਊਨ ਹੁੰਦੇ ਚਲੇ ਜਾਣ। ਇਹ ਜ਼ਰੂਰੀ ਹੈ ਕਿਸੇ ਵੀ ਕੰਪਨੀ ਦੀ ਡਿਵੈਲਪਮੈਂਟ ਲਈ ਜਾਂ ਫਿਰ ਅਸੀਂ ਕਹੀਏ ਵੀ ਡਿਮਾਂਡ ਦੀ ਜੋ ਪਾਈਪਲਾਈਨ ਹੈ ਉਹ ਕਨਸਟੈਂਟ ਚੱਲਦੀ ਰਹੇ, ਉਹਦੇ ਲਈ ਜ਼ਰੂਰੀ ਹੈਗਾ ਕਿ ਸਾਡੀ ਕੰਪਨੀ ਦੇ ਵਿੱਚ ਡਿਜ਼ਾਈਨ ਹੁੰਦੇ ਰਹਿਣ। ਆਬਜੈਕਟਿਵ ਆਫ ਡਿਜ਼ਾਈਨਿੰਗ ਕਰਦੇ ਕਿਉਂ? ਸਾਡੇ ਕੋਲ ਦੋ ਮੇਨ ਆਬਜੈਕਟਿਵ ਹੁੰਦੇ ਨੇ। ਫਸਟ ਹੈਗਾ ਮੇਨ ਫੋਕਸ ਦਾ ਮਤਲਬ ਹੁੰਦਾ ਹੈ ਕਸਟਮਰ ਸੈਟੀਸਫੈਕਸ਼ਨ। ਡਿਜ਼ਾਈਨਿੰਗ ਕਰਨ ਦਾ ਸਭ ਤੋਂ ਮੇਨ ਜ਼ਰੂਰੀ ਕੰਮ ਜਿਹੜਾ ਹੁੰਦਾ ਹੈ ਕਸਟਮਰ ਸੈਟੀਸਫੈਕਸ਼ਨ, ਕਿਉਂਕਿ ਜਦ ਤੱਕ ਕਸਟਮਰ ਸੈਟੀਸਫਾਈਡ ਨਹੀਂ ਹੋਣਗੇ ਪ੍ਰੋਡਕਟ ਔਰ ਸਰਵਿਸ ਦਾ ਕੋਈ ਮਤਲਬ ਹੀ ਨਹੀਂ ਹੈ। ਤੁਸੀਂ ਜਿੰਨੇ ਮਰਜ਼ੀ ਪ੍ਰੋਡਕਟ ਬਣਾ ਲਓ, ਜਿੰਨੀ ਮਰਜ਼ੀ ਸਰਵਿਸ ਦੇ ਦਿਓ, ਅਗਰ ਕਸਟਮਰ ਸੈਟੀਸਫਾਈਡ ਨਹੀਂ ਹੈ ਤਾਂ ਮਾਰਕੀਟ ਦੇ ਵਿੱਚੋਂ ਕੰਪਨੀ ਨੂੰ ਪਤਾ ਹੀ ਹੈ ਵੀ ਫੇਲ ਹੋਏਗੀ। ਦੂਸਰਾ ਹੈਗਾ ਅੰਡਰਸਟੈਂਡਿੰਗ ਵਾਟ ਕਸਟਮਰ ਨੀਡਸ। ਪ੍ਰੋਡਕਟ ਦੀ ਡਿਜ਼ਾਈਨਿੰਗ ਹਮੇਸ਼ਾ ਇਸ ਲਈ ਕੀਤੀ ਜਾਂਦੀ ਹੈ ਤਾਂ ਕਿ ਸਮਝ ਆ ਜਾਂਦਾ ਵੀ ਕਸਟਮਰ ਸਾਡੇ ਤੋਂ ਕੀ ਚਾਹੁੰਦੇ ਹੈਗੇ ਨੇ, ਕਿਉਂਕਿ ਕਸਟਮਰ ਜਦ ਸਰ ਸਾਨੂੰ ਪਤਾ ਹੀ ਨਹੀਂ ਹੋਊਗਾ ਵੀ ਕਸਟਮਰ ਮਾਰਕੀਟ 'ਚ ਕੀ ਮੰਗ ਰਹੇ ਨੇ, ਅਸੀਂ ਆਪਣੇ ਵੱਲੋਂ ਕੁਝ ਵੀ ਪ੍ਰੋਡਕਟ ਬਣਾ ਦਈਏ ਤਾਂ ਮਾਰਕੀਟ ਸੇਲ ਹੀ ਨਹੀਂ ਹੋਣਾ ਹੈਗਾ। ਦੂਸਰੇ ਹੈਗੇ ਨੇ ਤੁਹਾਡੇ ਸੈਕੰਡਰੀ ਫੋਕਸ ਅਸੀਂ ਕਿਉਂ ਕਰਦੇ ਹਾਂ ਡਿਜ਼ਾਈਨਿੰਗ? ਸਭ ਤੋਂ ਪਹਿਲਾਂ ਫੰਕਸ਼ਨ ਆਫ ਪ੍ਰੋਡਕਟਸ ਔਰ ਸਰਵਿਸਿਜ਼। ਅਸੀਂ ਡਿਜ਼ਾਈਨਿੰਗ ਇਸ ਲਈ ਕਰਦੇ ਹੈਗੇ ਤਾਂ ਕਿ ਸਭ ਨੂੰ ਪਤਾ ਲੱਗ ਜਾਵੇ ਕਿ ਸਾਡਾ ਪ੍ਰੋਡਕਟ ਜਾਂ ਫਿਰ ਸਰਵਿਸ ਦੇ ਫੰਕਸ਼ਨਸ ਕੀ ਨੇ, ਮੀਨਸ ਅਸੀਂ ਉਹਦੇ ਵਿੱਚ ਕੀ ਚੀਜ਼ਾਂ ਇਨਕਲੂਡ ਕਰਕੇ ਉਹ ਪ੍ਰੋਡਕਟ ਬਣਾਇਆ ਜਾਂ ਸਰਵਿਸ ਸਾਨੂੰ ਦੇ ਰਹੇ ਹਾਂ ਤਾਂ ਕਿਸ ਬੇਸ ਦੇ ਉੱਪਰ ਉਹ ਸਰਵਿਸਿਜ਼ ਦਿੱਤੀ ਹੈ। ਉਹਦੇ ਵਿੱਚ ਜਦੋਂ ਤੁਸੀਂ ਦੇਖਦੇ ਨਾ ਕੋਈ ਵੀ ਪ੍ਰੋਡਕਟ ਬਣਿਆ ਹੁੰਦਾ ਉਹਦੇ ਵਿੱਚ ਲਿਖਿਆ ਹੁੰਦਾ ਵੀ ਆਹ ਵਾਲੇ ਪ੍ਰੋਡਕਟ ਜੋ ਇਹਦੇ ਵਿੱਚ ਇੰਨੇ % ਇਨਕਲੂਡ ਕਰਕੇ ਉਹ ਪ੍ਰੋਡਕਟ ਬਣਾਇਆ, ਉਹ ਫੰਕਸ਼ਨ ਸਾਰੇ ਸੈਟਅਪ ਕਰਨ ਲਈ। ਦੂਸਰਾ ਕੋਸਟ। ਅਸੀਂ ਪ੍ਰੋਡਕਟ ਦੀ ਡਿਜ਼ਾਈਨਿੰਗ ਇਸ ਲਈ ਵੀ ਕਰਦੇ ਹਾਂ ਤਾਂ ਕਿ ਕੋਸਟ ਵੀ ਪ੍ਰੋਪਰ ਤਰੀਕੇ ਨਾਲ ਮੇਨਟੇਨ ਕਰ ਸਕੀਏ। ਕੁਝ ਲੋਕ ਤਾਂ ਐ ਨਹੀਂ ਕਹਿ ਸਕਦੇ ਵੀ ਅਸੀਂ ਐਡਵਰਟਾਈਜ਼ਮੈਂਟ ਸਾਡਾ ਕੋਸਟ ਦੀ ਪ੍ਰੋਡਕਟ ਹੋ ਜਾਏ, ਕੁਝ ਲੋਕ ਕੰਪਨੀ ਦੇ ਵਿੱਚ ਡਿਜ਼ਾਈਨਿੰਗ ਇਸ ਲਈ ਕਰਦੇ ਨੇ ਤਾਂ ਕਿ ਕੋਸਟ ਦੇ ਉੱਪਰ ਵੀ ਸਾਨੂੰ ਬੈਨੀਫਿਟ ਮਿਲੇ। ਪ੍ਰੋਫਿਟ। ਡਿਜ਼ਾਈਨਿੰਗ ਕਰਨ ਦਾ ਮੇਨ ਫਾਇਦਾ ਕੀ ਹੁੰਦਾ ਹੈ ਤਾਂ ਕਿ ਕੰਪਨੀ ਦਾ ਪ੍ਰੋਫਿਟ ਜ਼ਿਆਦਾ ਇਨਕਰੀਜ਼ ਹੋਵੇ। ਫੋਰਥ ਹੈ ਕੁਆਲਿਟੀ। ਡਿਜ਼ਾਈਨਿੰਗ ਕਰਨ ਦਾ ਮੇਨ ਮਕਸਦ ਹੁੰਦਾ ਪਲੱਸ ਅਸੀਂ ਐਸ਼ੋਰੈਂਸ ਕਰੀਏ ਵੀ ਸਾਡਾ ਜੋ ਪ੍ਰੋਡਕਟ ਹੈ ਉਹ ਕੁਆਲਿਟੀ ਨਾਲ ਪਾਸ ਹੈ, ਮੀਨਸ ISI ਮਾਰਕਾ ਜਿਵੇਂ ਅਸੀਂ ਮੋਸਟਲੀ ਪ੍ਰੋਡਕਟ ਦੇ ਉੱਪਰ ਦੇਖਦੇ ਹਾਂ ਵੀ ਲਿਖਿਆ ਹੁੰਦਾ ਵੀ ਪਾਸ ਹੋਏ ਹੁੰਦੇ ਨੇ। ਅਪੀਅਰੈਂਸ ਮਤਲਬ ਜੀ ਹਰੇਕ ਬੰਦੇ ਦੇ ਨੇੜੇ ਰਹੇ ਪ੍ਰੋਡਕਟ। ਅਪੀਅਰੈਂਸ ਦਾ ਮਤਲਬ ਕੁਝ ਬੰਦੇ ਸੋਚਦੇ ਨੇ ਵੀ ਯਾਰ ਉਹ ਪ੍ਰੋਡਕਟ ਦਾ ਡਿਜ਼ਾਈਨਿੰਗ ਕੀਤੀ ਹੈ। ਡਿਜ਼ਾਈਨਿੰਗ ਕਰਨਾ ਮਤਲਬ ਹੁੰਦਾ ਹਰੇਕ ਬੰਦੇ ਦੇ ਮਾਈਂਡ ਦੇ ਵਿੱਚ ਰਹੇ ਵੀ ਹਾਂ ਉਹ ਪ੍ਰੋਡਕਟ ਮਾਰਕੀਟ ਦੇ ਵਿੱਚ ਹੈਗਾ, ਉਸਦੀ ਲੁੱਕ ਵੀ ਵਧੀਆ ਹੈ, ਅਸੀਂ ਉਹ ਚੀਜ਼ ਵਧੀਆ ਖਰੀਦਣੀ ਹੈਗੀ ਤਾਂ ਸਾਨੂੰ ਉਹਦਾ ਫਾਇਦਾ ਮਿਲ ਸਕਦਾ ਹੈ। ਉਸ ਤੋਂ ਬਾਅਦ ਈਜ਼ੀ ਆਫ ਪ੍ਰੋਡਕਸ਼ਨ ਅਸੈਂਬਲੀ। ਜਦੋਂ ਕਹਿੰਦਾ ਵੀ ਤੁਸੀਂ ਕੋਈ ਵੀ ਪ੍ਰੋਡਕਟ ਦੀ ਡਿਜ਼ਾਈਨਿੰਗ ਕਰ ਲਓਗੇ, ਡਿਜ਼ਾਈਨਿੰਗ ਕਰਨਾ ਮਤਲਬ ਇੱਕ ਤਰ੍ਹਾਂ ਪ੍ਰੋਜੈਕਟ ਰੈਡੀ ਕਰਨਾ ਵੀ ਹੁੰਦਾ ਹੈ, ਫਿਰ ਉਹਨੂੰ ਤੁਸੀਂ ਕਹਿੰਦਾ ਅਸੈਂਬਲ ਈਜ਼ੀਲੀ ਵੀ ਕਰ ਸਕਦੇ ਹੋ। ਜਦੋਂ ਰॉ ਮਟੀਰੀਅਲ ਹੋਊਗਾ ਉਹ ਈਜ਼ੀਲੀ ਵੀ ਤੁਸੀਂ ਇਕੱਠਾ ਕਰ ਲਓਗੇ, ਤੁਹਾਨੂੰ ਪਤਾ ਹੋਊਗਾ ਕਿਹੜੀ ਚੀਜ਼ ਦੀ ਸਾਨੂੰ ਪਹਿਲਾਂ ਤੋਂ ਲੋੜ ਹੈ। ਈਜ਼ੀ ਆਫ ਮੇਨਟੇਨੈਂਸ ਐਂਡ ਸਰਵਿਸਿਜ਼। ਪ੍ਰੋਡਕਟ ਦੇ ਵਿੱਚ ਕੋਈ ਵੀ ਜਿਵੇਂ ਅੱਜ ਕੱਲ੍ਹ ਕੋਈ ਪ੍ਰੋਡਕਟ ਮਿਲਦਾ ਮਾਰਕੀਟ ਦੇ ਵਿੱਚ ਉਹਦੀ ਸਰਵਿਸ ਹੁੰਦੀ ਹੈ 1 year ਵਾਰੰਟੀ ਵਗੈਰਾ ਜਾਂ ਗਾਰੰਟੀ ਜਿਸ ਬੇਸ ਤੇ ਵੀ ਪ੍ਰੋਡਕਟ ਆਉਂਦੇ ਨੇ ਮਾਰਕੀਟ ਦੇ ਵਿੱਚ, ਉਹਦੇ ਵਿੱਚ ਉਹਨਾਂ ਨੂੰ ਸਭ ਤੋਂ ਪਹਿਲਾਂ ਹੀ ਪਤਾ ਹੁੰਦਾ ਵੀ ਅਸੀਂ ਕਿਹੜਾ ਪ੍ਰੋਡਕਟ ਦੇ ਵਿੱਚ ਕੀ ਚੀਜ਼ ਕਿਤੇ ਲਗਾਈ ਹੋਈ, ਮੀਨਸ ਅਲੱਗ-ਅਲੱਗ ਜਿਹੜੇ ਰॉ ਮਟੀਰੀਅਲ ਜਿੱਥੇ ਉਹਨਾਂ ਨੇ ਲਗਾਇਆ ਹੁੰਦਾ ਉਹਨਾਂ ਨੂੰ ਕਲੀਅਰ ਪਤਾ ਹੁੰਦਾ ਹੈ। ਜਦੋਂ ਕੋਈ ਚੀਜ਼ ਖਰਾਬ ਆਉਂਦੀ ਹੈ ਤਾਂ ਫਟਾਫਟ ਆ ਕੇ ਉਹਨੂੰ ਉੱਪਰ ਚੇਂਜ ਕਰ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਕਲੀਅਰ ਪਤਾ ਹੁੰਦਾ, ਡਿਜ਼ਾਈਨਿੰਗ ਤੋਂ ਕਲੀਅਰ ਹੋ ਜਾਂਦਾ ਵੀ ਇਹ ਪ੍ਰੋਡਕਟ ਸਾਡਾ ਕਿਵੇਂ ਬਣਿਆ ਹੋਇਆ ਹੈ। ਡਿਜ਼ਾਈਨਿੰਗ ਦੇ ਵਿੱਚ ਕਹਿੰਦਾ ਲੀਗਲ ਐਂਡ ਇਨਵਾਇਰਨਮੈਂਟ ਇਸ਼ੂ ਹੈਗੇ ਨੇ ਸਾਡੇ ਪ੍ਰੋਡਕਟ ਦੇ ਵਿੱਚ। ਉਹ ਕਿਹੜੇ ਸਭ ਤੋਂ ਪਹਿਲਾਂ ਹੈਗਾ ਪੇਟੈਂਟ ਕਹਿੰਦਾ ਗਵਰਨਮੈਂਟ ਨੇ ਕਹਿੰਦਾ ਹਰੇਕ ਕੰਪਨੀ ਦਾ ਇੱਕ ਪ੍ਰੋਪਰਟੀ ਰਾਈਟ ਦਿੱਤਾ ਹੋਇਆ ਹੈ, ਮੀਨਸ ਜਿਵੇਂ ਪੇਟੈਂਟ ਹੈ ਕੋਈ ਵੀ ਕੰਪਨੀ ਕਹਿੰਦਾ ਉਹਨੂੰ ਯੂਜ਼ ਹੀ ਨਹੀਂ ਕਰ ਸਕਦੀ ਹੈਗੀ। ਕੋਈ ਕੰਪਨੀ ਮੈਂ ਕਿਸੇ ਹੋਰ ਦਾ ਪੇਟੈਂਟ ਯੂਜ਼ ਕਰਕੇ ਇੱਕ ਪ੍ਰੋਡਕਟ ਬਣਾ ਲੂੰਗਾ, ਇਹ ਕਦੀ ਨਹੀਂ ਹੋ ਸਕਦਾ ਕਿਉਂਕਿ ਹਰੇਕ ਕੰਪਨੀ ਦੇ ਆਪਣੇ ਟ੍ਰੇਡਮਾਰਕ ਹੀ ਹੁੰਦੇ ਨੇ, ਇੱਕ ਤਰ੍ਹਾਂ ਦੇ ਵੀ ਤੁਸੀਂ ਕਹੋ ਵੀ ਚੈਨਲਸ ਹੁੰਦੇ ਨੇ ਜਿਹਦੇ ਵਿੱਚ ਸਾਡੀ ਵੈਲਿਊਏਬਲ ਐਸੈਟਸ ਸੇਲ ਹੁੰਦੀਆਂ ਹੈਗੀਆਂ। ਕੋਈ ਕੰਪਨੀ ਦੂਸਰੇ ਨੂੰ ਯੂਜ਼ ਹੀ ਨਹੀਂ ਕਰ ਸਕਦੀ, ਇੱਕ ਲੀਗਲ ਇਸ਼ੂ ਹੈ ਨਾ। ਮੰਨ ਲਓ ਕੋਈ ਕੰਪਨੀ ਅੱਗੇ ਆਉਣਾ ਚਾਹੁੰਦੀ ਹੈ, ਕਿਸੇ ਕੰਪਨੀ ਨੂੰ ਅੱਗੇ ਨਹੀਂ ਪਿੱਛੇ ਨਹੀਂ ਕਰ ਸਕਦੀ। ਹੁਣ ਕੋਈ ਕੰਪਨੀ ਅੱਗੇ ਚੱਲ ਰਹੀ ਹੈ, ਤੁਸੀਂ ਉਹਦਾ ਲੋਗੋ ਯੂਜ਼ ਕਰਕੇ ਅੱਗੇ ਜਾਓਗੇ, ਕਦੇ ਨਹੀਂ ਜਾ ਸਕਦੇ ਕਿਉਂਕਿ ਹਰੇਕ ਕੰਪਨੀ ਦਾ ਟ੍ਰੇਡਮਾਰਕ ਜਾਂ ਫਿਰ ਪੇਟੈਂਟ ਅਲੱਗ ਹੀ ਹੁੰਦੇ ਨੇ। ਦੂਜਾ ਨਾਲ ਟ੍ਰੇਡਮਾਰਕ ਕੀ ਹੈ? ਟ੍ਰੇਡਮਾਰਕ ਦਾ ਮਤਲਬ ਹੁੰਦਾ ਕੋਈ ਸਿੰਬਲ, ਕੋਈ ਨੇਮ ਜਾਂ ਕੋਈ ਡਿਵਾਈਸ ਹੁੰਦੀ ਹੈ ਇਦਾਂ ਦੀ ਜਿਹੜੀ ਕਹਿੰਦਾ ਮੈਨੂਫੈਕਚਰਰ ਅਡਾਪਟ ਕਰਦਾ ਹੈਗਾ, ਜਿਸ ਬੇਸ ਨਾਲ ਤੁਹਾਡਾ ਪ੍ਰੋਡਕਟ ਜੋ ਅੱਗੇ ਜਾਂਦਾ ਹੈ। ਇਹ ਵੀ ਕੰਪਨੀ ਦੇ ਲੀਗਲ ਇਸ਼ੂ ਨੇ, ਹੋਰ ਕੰਪਨੀ ਕਦੀ ਵੀ ਇਹਨੂੰ ਚੀਜ਼ ਨੂੰ ਅਡਾਪਟ ਨਹੀਂ ਕਰ ਸਕਦੀ। ਹੁਣ ਤੁਸੀਂ ਕੋਈ ਲੋਗੋ ਲਗਾਇਆ ਹੋਇਆ ਮਾਰਕੀਟ ਦੇ ਵਿੱਚ ਔਰ ਆਪਣੇ ਪ੍ਰੋਡਕਟ ਦੇ ਉੱਪਰ ਵੀ ਲਗਾ ਰਹੇ ਹੋ, ਹੋਰ ਕੰਪਨੀ ਲਗਾਓਗੀ ਤੁਸੀਂ ਕੇਸ ਕਰ ਸਕਦੇ ਹੋ, ਬਲਕਿ ਚੱਲਦੀ ਹੋਈ ਕੰਪਨੀ ਪਹਿਲਾਂ ਹੀ ਬੰਦ ਹੋ ਜਾਊਗੀ ਕਿਉਂਕਿ ਦੂਸਰੀ ਕੰਪਨੀ ਸਡਨਲੀ ਅੱਗੇ ਨਹੀਂ ਆ ਸਕਦੀ ਹੈ। ਉਸ ਤੋਂ ਬਾਅਦ ਕਾਪੀਰਾਈਟ ਦਾ ਮਤਲਬ ਕੀ ਹੁੰਦਾ? ਜਿਹੜੇ ਸਾਡੇ ਆਰਟੀਕਲਸ ਹੁੰਦੇ ਨੇ ਜਾਂ ਫਿਰ ਸਾਡੇ ਫਾਰਮੂਲੇ ਵਗੈਰਾ ਜਿਵੇਂ ਮੈਡੀਕਲ ਦੇ ਵਿੱਚ ਮੋਸਟਲੀ ਜ਼ਿਆਦਾਤਰ ਹੁੰਦਾ ਹੈ, ਉਹ ਫਾਰਮੂਲੇ ਦੇ ਉੱਪਰ ਹਰੇਕ ਕੰਪਨੀ ਦਾ ਆਪਣਾ ਕਾਪੀਰਾਈਟ ਹੁੰਦਾ ਹੈ, ਦੂਸਰੇ ਕੰਪਨੀ ਨਾਲ ਕਦੀ ਨਹੀਂ ਸ਼ੇਅਰ ਕਰਦੀ ਹੈਗੀ। ਕੋਈ ਵੀ ਕੰਪਨੀ ਮੈਡੀਕਲ ਬਣਾ ਰਹੀ ਹੋਗੀ ਜਾਂ ਕੋਈ ਮੈਡੀਸਿਨ ਬਣਾ ਰਹੀ ਹੈ, ਦੂਸਰੀ ਕੰਪਨੀ ਕਹੇ ਸਾਨੂੰ ਵੀ ਦੱਸ ਦਿਓ ਵੀ ਅਸੀਂ ਬਿਜ਼ਨਸ ਸਟਾਰਟ ਕਰਨਾ ਹੈ, ਕਦੀ ਵੀ ਨਹੀਂ ਹੁੰਦਾ। ਇਹ ਤਾਂ ਸਪੈਸ਼ਲ ਜ਼ਰੂਰੀ ਹੁੰਦਾ ਵੀ ਜਿਹੜੇ ਕੰਪਨੀ ਦੇ ਵਿੱਚ ਮੀਨਸ ਮੋਸਟਲੀ ਲੈਬ ਦੇ ਵਿੱਚ ਹੁੰਦੇ ਨੇ ਜਿਹੜੇ ਫਾਰਮੂਲੇ ਸੈਟਅਪ ਕਰਦੇ ਨੇ ਮੈਡੀਸਨ ਦੇ ਲਈ,
ਉਹ ਕਦੀ ਵੀ ਦੂਸਰੀ ਕੰਪਨੀ ਦੇ ਵਿੱਚ ਕੰਮ ਨਹੀਂ ਕਰ ਸਕਦੇ ਹੁੰਦੇ। ਇੱਕ ਮੈਡੀਕਲ ਕੰਪਨੀ ਲੱਗੇ ਹੋਏ ਨੇ, ਦੂਸਰੀ ਮੈਡੀਕਲ ਕੰਪਨੀ ਜਾ ਕੇ ਲੱਗਣਗੇ ਨਹੀਂ। ਅਗਰ ਮੰਨ ਲਓ ਬਾਈ ਦਾ ਵੀ ਪਤਾ ਲੱਗ ਜਾਂਦਾ ਵੀ ਉਹ ਉਸ ਬੰਦੇ ਨੇ ਫਾਰਮੂਲਾ ਇਸ ਕੰਪਨੀ ਦਾ ਸ਼ੇਅਰ ਕਰਤਾ ਜਾਂ ਕਿਸੇ ਨੂੰ ਦੱਸਤਾ, ਤਾਂ ਕੇਸ ਕੀ ਉਹਨੂੰ ਮੰਨ ਲਈ ਉਮਰ ਕੈਦ ਤੱਕ ਵੀ ਹੋ ਸਕਦੀ ਹੈ, ਤਾਂ ਸਜ਼ਾ ਹੋ ਸਕਦੀ ਹੈ। ਇਹ ਕੰਡੀਸ਼ਨਸ ਹੁੰਦੀਆਂ ਹਰੇਕ ਕੰਪਨੀ ਦੇ ਆਪਣੇ ਕਹਿੰਦਾ ਸਬਜੈਕਟ ਮੈਟਰ ਹੁੰਦੇ ਨੇ, ਮੀਨਸ ਕੋਈ ਬੰਦਾ ਕਿਸੇ ਨਾਲ ਸ਼ੇਅਰ ਨਹੀਂ ਕਰਦਾ ਹੁੰਦਾ। ਪ੍ਰੋਡਕਟ ਲਾਇਬਿਲਿਟੀ ਹਮੇਸ਼ਾ ਕਹਿੰਦਾ ਕਿਸੇ ਪ੍ਰਕਾਰ ਦੀ ਕੋਈ ਇਹ ਵੀ ਲੀਗਲ ਇਸ਼ੂ ਹੈਗਾ ਗਵਰਨਮੈਂਟ ਨੇ ਸੈਟਅਪ ਕੀਤਾ ਹੋਇਆ ਮਾਰਕੀਟ ਦੇ ਵਿੱਚ ਵੀ, ਜਦੋਂ ਤੁਸੀਂ ਡਿਜ਼ਾਈਨਿੰਗ ਕਰ ਰਹੇ ਹੋ ਪ੍ਰੋਡਕਟ ਪਿੱਛੇ ਹਰੇਕ ਪਰਸਨ ਦੀ ਲਾਇਬਿਲਿਟੀ ਜ਼ਰੂਰ ਹੁੰਦੀ ਹੈ। ਕਿਸੇ ਪ੍ਰਕਾਰ ਦੀ ਕਿਸੇ ਪਰਸਨ ਨੂੰ ਕੋਈ ਇੰਜਰੀ ਆ ਜਾਂਦੀ ਹੈ, ਮੰਨ ਲਓ ਤੁਸੀਂ ਪ੍ਰੋਡਕਟ ਬਣਾਇਆ, ਤੁਸੀਂ ਤਾਂ ਬਹੁਤ ਕੁਝ ਲਿਖਿਆ ਪ੍ਰੋਡਕਟ ਦੇ ਉੱਪਰ ਵੀ ਆਹ ਫਾਇਦਾ ਹੋਊਗਾ ਜਿਹਦੇ ਨੁਕਸਾਨ ਨੇ, ਲੇਕਿਨ ਉਹਨੂੰ ਪ੍ਰੋਪਰ ਯੂਜ਼ ਕਰਨ ਨਾਲ ਵੀ ਕਿਸੇ ਪ੍ਰਕਾਰ ਦੀ ਕੋਈ ਇੰਜਰੀ ਆ ਜਾਂਦੀ ਹੈ, ਫਿਰ ਕੰਪਨੀ ਨੂੰ ਖੁਦ ਸਫਰ ਕਰਨਾ ਪੈਂਦਾ ਹੈ। ਇਹ ਵੀ ਇੱਕ ਮਾਰਕੀਟ ਦੇ ਵਿੱਚ ਲੀਗਲ ਇਸ਼ੂ ਹੈ। ਉਸ ਤੋਂ ਬਾਅਦ ਯੂਨੀਫਾਰਮ ਕਮਰਸ਼ੀਅਲ ਕੋਡ ਦਾ ਵੈਸੇ ਸੇਮ ਉਹੀ ਚੀਜ਼ ਉੱਪਰ ਆ ਗਈ ਜਦੋਂ ਕਹਿੰਦਾ ਸੀ ਗੁੱਡਸ ਜੋ ਹੈ ਅਲੱਗ-ਅਲੱਗ ਸਟੇਟ ਦੇ ਵਿੱਚ ਜਾਂ ਫਿਰ ਅਲੱਗ-ਅਲੱਗ ਕੰਟਰੀ ਦੇ ਵਿੱਚ ਇਕੱਠੀਆਂ ਕਰਦੇ ਹੈਗੇ ਆ, ਉਹ ਕੋਡ ਵੀ ਕਿਸੇ ਨਾਲ ਸ਼ੇਅਰ ਨਹੀਂ ਹੁੰਦੇ ਹੈਗੇ। ਹੁਣ ਮਾਰਕੀਟ ਐਗਜ਼ਾਮਪਲ ਲਈਏ, ਕੰਟਰੀ ਦੇ ਇਲਾਵਾ ਛੱਡ ਦਿਓ, ਆਪਾਂ ਕੋਈ ਬਿਜ਼ਨਸ ਹੀ ਕਰ ਰਹੇ ਹਾਂ, ਮੋਸਟਲੀ ਜਦੋਂ ਕਿਤੇ ਕੰਪਨੀ ਸਮਾਨ ਲੈਣ ਚਲੇ ਜਾਓ ਮਾਰਕੀਟ ਦੇ ਵਿੱਚ ਕਿਸੇ ਵੀ ਸ਼ੌਪ ਤੇ, ਉਹਨਾਂ ਨੇ ਕੀ ਪ੍ਰੋਡਕਟ ਦੇ ਉੱਪਰ ਕੋਡ ਲਗਾਏ ਹੁੰਦੇ ਨੇ, ਉਹ ਕੋਡ ਕਿਸੇ ਨੂੰ ਸ਼ੇਅਰ ਤਾਂ ਨਹੀਂ ਹੁੰਦੇ, ਸਿਰਫ ਉਹਨੂੰ ਹੀ ਉਹਦੀ ਚੀਜ਼ ਦੀ ਨੌਲੇਜ ਹੁੰਦੀ ਹੈ। ਤਾਂ ਮੋਸਟਲੀ ਮਾਰਕੀਟ ਦੇ ਵਿੱਚ ਕਹਿੰਦਾ ਇਹ ਇਸ਼ੂ ਵੀ ਚੱਲਦੇ ਹੈਗੇ ਨੇ। ਗਵਰਨਮੈਂਟ ਨੇ ਹਰੇਕ ਪ੍ਰੋਡਕਟ ਦੇ ਉੱਪਰ ਕੋਡਸ ਵੀ ਸੈਟਅਪ ਕੀਤੇ ਹੋਏ ਨੇ, ਉਹ ਕੋਡਸ ਵੀ ਚੇਂਜ ਨਹੀਂ ਹੋ ਸਕਦੇ। ਜਿਵੇਂ ਅੱਜਕੱਲ GST ਹੈ, GST ਦੇ HSN ਕੋਡ ਹੈਗੇ ਨੇ, HSN ਕੋਡ ਹਰੇਕ ਪ੍ਰੋਡਕਟ ਦੇ ਅਲੱਗ-ਅਲੱਗ ਨੇ। ਤੁਸੀਂ ਕਹੋ ਵੀ ਬਹੁਤ ਸਾਰੀ ਕੰਪਨੀ ਨੂੰ ਤਾਂ HSN ਕੋਡ ਦੀ ਵੀ ਸਟੇਟਮੈਂਟ ਦੇਣੀ ਪੈਂਦੀ ਹੈ, जिन्हें टर्नओवर का भी जाता है वो HSN कोड भी मैच करते हैं, एक्चुअल जो प्रोडक्ट आ रहे हैं वो सेल हो रहे हैं या नहीं हो रहे। बहुत सारी कंपनी इस बेस के ऊपर भी केस लग जाते हैं। उस तो बाद साडे कोल आ रहा हैगा लाइफ स्टाइल। कोई भी प्रोडक्ट है ਉਹਦਾ ਲਾਈਫ ਸਟਾਈਲ ਜੋ ਹੈ 4 ਸਟੇਜ ਦੇ ਵਿੱਚ ਨਿਕਲਦਾ ਹੈਗਾ। ਪਹਿਲੀ ਸਟੇਜ ਜਿਹੜੀ ਨਿਕਲ ਕੇ ਆ ਰਹੀ ਹੈ ਇੰਟਰੋਡਕਸ਼ਨ ਸਟੇਜ। ਇੰਟਰੋਡਕਸ਼ਨ ਸਟੇਜ ਹੁੰਦੀ ਹੈ ਜਦੋਂ ਅਸੀਂ ਕਸਟਮਰ ਨੂੰ ਮਾਰਕੀਟ ਦੇ ਵਿੱਚ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੋਈ ਵੀ ਨਿਊ ਪ੍ਰੋਡਕਟ ਜਦੋਂ ਬਣ ਰਿਹਾ ਹੁੰਦਾ ਨਾ, ਹਾਲੇ ਉਹ ਮਾਰਕੀਟ 'ਚ ਆਇਆ ਨਹੀਂ ਹੁੰਦਾ, ਲੇਕਿਨ ਉਹਦੀ ਐਡਵਰਟਾਈਜ਼ਮੈਂਟ ਆਉਣੀ ਸਟਾਰਟ ਹੋ ਜਾਂਦੀ ਹੈ। ਕੋਈ ਵੀ ਤੁਸੀਂ ਐਗਜ਼ਾਮਪਲ ਲੈ ਲਓ, ਜਿਵੇਂ ਕੋਈ ਨਵੀਂ ਗੱਡੀ ਬਣ ਰਹੀ ਹੈ ਜਾਂ ਨਵਾਂ ਕੋਈ ਫੋਨ ਆ ਰਿਹਾ ਹੈ, ਉਹਦੀ ਐਡ ਪਹਿਲਾਂ ਤੋਂ ਆਉਣੀ ਸਟਾਰਟ ਹੋ ਜਾਏਗੀ। ਉਹ ਕੀ ਹੁੰਦੀ, ਕਸਟਮਰ ਨੂੰ ਮੋਟੀਵੇਟ ਕਰਨ ਲਈ ਉਹਦੀ ਐਡਸ ਇਦਾਂ ਦਿਖਾਈ ਜਾਂਦੀਆਂ ਤਾਂ ਕਿ ਜਦੋਂ ਵੀ ਪ੍ਰੋਡਕਟ ਆਊਗਾ ਤਾਂ ਸਾਰੇ ਲੋਕ ਉਹਨੂੰ ਖਰੀਦਣ ਦੀ ਕੋਸ਼ਿਸ਼ ਕਰਨ। ਹਮੇਸ਼ਾ ਜਦੋਂ ਕੋਈ ਇਦਾਂ ਦਾ ਪ੍ਰੋਡਕਟ ਆਉਂਦਾ ਉਹਦੀ ਵੋਲਿਊਮ ਵੀ ਲੋ ਹੁੰਦੀ ਹੈ, ਪਲੱਸ ਉਹਦਾ ਪ੍ਰੋਫਿਟ ਵੀ ਥੋੜਾ ਜਿਹਾ ਘੱਟ ਰੱਖਿਆ ਹੁੰਦਾ ਕੰਪਨੀ ਨੇ। ਮਾਰਕੀਟ ਦੇ ਵਿੱਚ ਆਂਦੇ ਵੀ ਘੱਟ ਹੁੰਦੇ ਨੇ, ਇਹ ਨਹੀਂ ਵੀ ਇੱਕੋ ਲਗਤੀ ਉਤਾਰਤੇ ਉਹਨਾਂ ਨੇ ਮਾਰਕੀਟ ਜਿੰਨੇ ਮਰਜ਼ੀ ਲੋਕ ਖਰੀਦ ਲਓ, ਘੱਟ ਲੋਕਾਂ ਲਈ ਹੁੰਦਾ। ਉਹਦੇ 'ਚ ਕੰਪਨੀ ਨੂੰ ਪ੍ਰੋਫਿਟ ਘੱਟ ਹੁੰਦਾ ਹੈ ਕਿ ਉਹਨਾਂ ਨੇ ਕੋਸਟ ਜ਼ਿਆਦਾ ਲੱਗੀ ਹੁੰਦੀ ਹੈ, ਹੌਲੀ ਹੌਲੀ ਉਹਦੇ ਚੇਂਜਸ ਆਉਂਦੇ ਰਹਿੰਦੇ ਨੇ। ਦੂਜੀ ਸਟੇਜ ਹੁੰਦੀ ਹੈ ਗਰੋਥ ਸਟੇਜ, ਜਦੋਂ ਕਹਿੰਦਾ ਮਾਰਕੀਟ ਉਸ ਚੀਜ਼ ਨੂੰ ਐਕਸੈਪਟ ਕਰ ਲੈਂਦੀ ਹੈ। ਜਿੰਨੇ ਕੁ ਪ੍ਰੋਡਕਟ ਕੰਪਨੀ ਨੇ ਮਾਰਕੀਟ 'ਚ ਉਤਾਰੇ, ਅਗਰ ਉਹ ਸਾਰੇ ਉਤਰ ਜਾਂਦੇ ਨੇ, ਸਾਰੇ ਦੇ ਸਾਰੇ ਸੇਲ ਹੋ ਗਈ, ਫਿਰ ਕੰਪਨੀ ਕਹਿੰਦਾ ਉਹਦੇ ਸੇਲ ਜ਼ਿਆਦਾ ਕਰਨੀ ਸਟਾਰਟ ਕਰਨੀ, ਮੀਨਸ ਉਹਦਾ ਪ੍ਰੋਡਕਸ਼ਨ ਜ਼ਿਆਦਾ ਕਰਦੀ ਹੈ। ਉਸ ਸਟੇਜ ਨੂੰ ਅਸੀਂ ਕਹਿੰਦੇ ਹਾਂ ਗਰੋਥ ਸਟੇਜ, ਕਿਉਂਕਿ ਫਿਰ ਮਾਰਕੀਟ ਦੇ ਵਿੱਚ ਉਸ ਚੀਜ਼ ਦੀ ਡਿਮਾਂਡ ਨਿਕਲ ਕੇ ਆ ਜਾਂਦੀ ਹੈ। ਡਿਮਾਂਡ ਨਿਕਲਣ ਦੇ ਲਈ ਲੋਕ ਉਹਨੂੰ ਖਰੀਦਣਾ ਪਸੰਦ ਕਰਦੇ ਨੇ। ਥਰਡ ਸਟੇਜ ਆਉਂਦੀ ਹੈਗੀ ਹੈ ਮੈਚਿਓਰਿਟੀ ਸਟੇਜ। ਮੈਚਿਓਰਿਟੀ ਸਟੇਜ ਹੁੰਦੀ ਹੈ ਜਦੋਂ ਬੂਮ ਪੀਰੀਅਡ ਤੋਂ ਅਸੀਂ ਨੀਚੇ ਨੂੰ ਆਉਣਾ ਸਟਾਰਟ ਕਰਦੇ ਹਾਂ, ਕਿਉਂਕਿ ਸਾਡਾ ਜਿਹੜਾ ਗਰੋਥ ਪੀਰੀਅਡ ਹੋਊਗਾ ਨਾ ਉਹ ਹਮੇਸ਼ਾ ਇਦਾਂ ਚੱਲਦਾ ਹੈਗਾ। ਇਹਨਾਂ ਨੇ ਬਣਾਇਆ ਵੀ ਹੋਊਗਾ ਸਾਈਡ ਤੁਹਾਡੇ ਕੋਲੇ ਬੁੱਕ ਦੇ ਵਿੱਚ। ਕੋਈ ਵੀ ਪ੍ਰੋਡਕਟ ਆ ਰਿਹਾ, ਇਹਦੀ ਫਸਟ ਸਟੇਜ ਆਈ ਹੋਊਗੀ, ਇਹਨੂੰ ਅਸੀਂ ਇੰਟਰੋ ਸਟੇਜ ਹੀ ਕਹਿੰਦੇ ਹਾਂ। ਜਦੋਂ ਇਹ ਇੱਥੇ ਨੂੰ ਅੱਗੇ ਨੂੰ ਇੰਕਰੀਜ਼ ਹੁੰਦੀ ਹੈ, ਇਹਨੂੰ ਅਸੀਂ ਗਰੋਥ ਸਟੇਜ ਕਹਿ ਦਿੰਦੇ ਹਾਂ, ਸਾਡੀ ਗਰੋਥ ਸਟੇਜ ਹੁੰਦੀ ਹੈ। ਜਦੋਂ ਇੱਥੇ ਆ ਕੇ ਇਹ ਡਾਊਨ ਹੋਣਾ ਸਟਾਰਟ ਹੁੰਦੀ ਹੈ, ਜਿਸ ਪੁਆਇੰਟ ਤੇ ਡਾਊਨ ਹੋਣਾ ਸਟਾਰਟ ਹੁੰਦੀ ਹੈ ਉਹਨੂੰ ਅਸੀਂ ਮੈਚਿਓਰਿਟੀ ਕਹਿ ਦਿੰਦੇ ਹਾਂ। ਜਦੋਂ ਨੀਚੇ ਆ ਕੇ ਫਿਰ ਅਸੀਂ ਇਹਨੂੰ ਡੈਕਲਾਈਨ ਸਟੇਜ ਕਹਿ ਦਿੰਦੇ ਹਾਂ। ਠੀਕ ਹੈ, 4 ਸਟੇਜ ਦੇ ਵਿੱਚ ਤੁਹਾਡਾ ਪ੍ਰੋਡਕਟ ਚੱਲੂਗਾ। ਤੁਹਾਨੂੰ ਅਗਰ ਕੁਐਸਚਨ ਆ ਜਾਂਦਾ ਹੈ ਪ੍ਰੋਡਕਟ ਦੀ ਲਾਈਫ ਸਟਾਈਲ ਬਣਾਓ ਜਾਂ ਲਾਈਫ ਸਾਈਕਲ ਦਿਖਾਓ, ਤੁਸੀਂ ਇਹ ਚਾਰੋਂ ਸਟੇਜ ਦਿਖਾਓਗੇ। ਥਰਡ ਸਟੇਜ ਜਿਵੇਂ ਮੈंने ਲਿਖੀ ਮੈਚਿਓਰਿਟੀ ਸਟੇਜ। ਮੈਚਿਓਰਿਟੀ ਸਟੇਜ ਹੁੰਦੀ ਜਦੋਂ ਸਾਨੂੰ ਲੱਗਦਾ ਕਿ ਪ੍ਰੋਡਕਟ ਦੇ ਵਿੱਚ ਕੋਈ ਚੇਂਜਸ ਕਰਨ ਦਾ ਕੋਈ ਫਾਇਦਾ ਨਹੀਂ ਹੈ, ਲੋਕਾਂ ਦੇ ਵਿੱਚ ਹੁਣ ਉਹਦਾ ਟੇਸਟ ਖਤਮ ਹੋ ਗਿਆ, ਲੋਕ ਕੁਝ ਨਿਊ ਫਾਈਂਡ ਕਰਨਾ ਪਸੰਦ ਕਰ ਰਹੇ ਨੇ, ਤਾਂ ਸਾਡਾ ਪ੍ਰੋਡਕਟ ਜੋ ਹੈ ਮਾਰਕੀਟ ਦੇ ਵਿੱਚ ਡਿਮਾਂਡ ਘਟ ਜਾਂਦੀ ਹੈ, ਫਿਰ ਸਾਨੂੰ ਸਪਲਾਈ ਆਟੋਮੋਟ ਤੇ ਘੱਟ ਕਰਨੀ ਪੈਂਦੀ ਹੈ, ਫਿਰ ਅਸੀਂ ਪ੍ਰੋਡਕਸ਼ਨ ਘੱਟ ਕਰਦੇ ਹਾਂ। ਫਿਰ ਇੱਕ ਟਾਈਮ ਤੇ ਜਾ ਕੇ ਇਦਾਂ ਦੀ ਸਟੇਜ ਆਉਂਦੀ ਹੈ ਡੈਕਲਾਈਨ ਸਟੇਜ, ਜਦੋਂ ਮਾਰਕੀਟ ਦੇ ਵਿੱਚ ਤੁਹਾਡੇ ਪ੍ਰੋਡਕਟ ਦੀ ਕੋਈ ਵੀ ਵੈਲਿਊ ਨਹੀਂ ਰਹਿੰਦੀ ਹੈਗੀ, ਕਿਉਂਕਿ ਉਸ ਨੂੰ ਟੇਕ ਓਵਰ ਕਰਨ ਵਾਲਾ ਕੋਈ ਹੋਰ ਪ੍ਰੋਡਕਟ ਮਾਰਕੀਟ 'ਚ ਆ ਗਿਆ ਹੁੰਦਾ ਹੈ। ਕਈ ਵਾਰ ਕੰਪਨੀ ਖੁਦ ਹੀ ਆਪਣੇ ਪ੍ਰੋਡਕਟ ਨੂੰ ਚੇਂਜਸ ਕਰ ਲੈਂਦੀ ਹੈਗੇ ਨੇ। ਐਗਜ਼ਾਮਪਲ ਲਈਏ, ਹੁਣ ਆਪਾਂ ਐਕਟਿਵਾ ਦੀ ਐਗਜ਼ਾਮਪਲ ਲੈ ਲਓ। 3G 4G 5G ਇਦਾਂ ਕਿਉਂ ਬਣਾਉਂਦੇ ਨੇ ਉਹ? ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਉਹ ਜਿਹੜੀ ਸਾਡੀ ਐਕਟਿਵਾ ਚੱਲ ਰਹੀ ਹੈ ਉਹਨਾਂ ਨੂੰ ਕੁਝ ਕਰਨਾ ਤਾਂ ਹੁੰਦਾ ਨਹੀਂ, ਉਹਦੇ ਥੋੜਾ ਬਹੁਤ ਚੇਂਜਸ ਕਰ ਦਿੰਦੇ ਨੇ। ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਜੇ ਅਗਰ ਮੈਂ 3G ਅੱਜ ਦੇ ਟਾਈਮ 'ਚ ਵੇਚੂੰਗਾ, ਨਹੀਂ ਵਿਕਣਾ। ਉਹਦੇ ਸਟੇਜ ਕੀ ਹੈ, ਉਹ ਡਿਕਲਾਈਨ ਸਟੇਜ ਦੇ ਵਿੱਚ ਹੈ ਵੀ ਉਹ ਚੀਜ਼ ਨਹੀਂ ਵਿਕ ਸਕਦੀ। ਤਾਂ ਮਾਰਕੀਟ 'ਚ ਇਹ ਹਮੇਸ਼ਾ ਆਉਂਦਾ ਹੁੰਦਾ ਹੈ ਵੀ ਜਦੋਂ ਕੋਈ ਪ੍ਰੋਡਕਟ ਆਊਗਾ ਉਹਨੇ ਡਿਕਲਾਈਨ ਸਟੇਜ ਦੇ ਵਿੱਚ ਜਾਣਾ ਹੀ ਜਾਣਾ ਹੈਗਾ ਸਟਾਰਟ ਹੋ ਕੇ। ਇਹ 3-4 ਪੀਰੀਅਡ ਉਹਦੇ 'ਚ ਹਮੇਸ਼ਾ ਹੁੰਦੇ ਹੀ ਹੁੰਦੇ ਨੇ ਦੁਕਾਨ 'ਚ। ਇਹਨਾਂ ਨੇ ਦੇਖੋ ਥੋੜਾ ਪ੍ਰੋਡਕਟ ਦਾ ਲਾਈਫ ਸਾਈਕਲ ਵੀ ਦਿਖਾਇਆ ਹੈਗਾ। ਸਭ ਤੋਂ ਪਹਿਲਾਂ ਇਹ ਤਾਂ ਕਾਫੀ ਲਾਈਨਾਂ ਲਿਖਾਈਆਂ, ਥੋੜਾ ਸਟੇਜ ਉਹੀ ਹੈ। ਸਟਾਰਟਿੰਗ ਦੀ ਇੰਟਰੋਡਕਸ਼ਨ ਹੋਗੀ, ਫਿਰ ਗਰੋਥ ਹੋਗੀ, ਫਿਰ ਮੈਚਿਓਰਿਟੀ ਹੈ, ਲਾਸਟ ਦੇ ਵਿੱਚ ਡਿਕਲਾਈਨ ਹੈ। ਸੇਮ ਇਹ ਚੀਜ਼ ਵੀ ਟੈਕਨੋਲੋਜੀ ਦੇ ਵਿੱਚ ਵੀ ਆਉਂਦੇ। ਇਹਨਾਂ ਨੇ ਅੱਗੇ ਟੈਕਨੋਲੋਜੀ ਦਾ ਵੀ ਦਿਖਾਇਆ, ਟੈਕਨੋਲੋਜੀ ਲਾਈਫ ਸਟਾਈਲ।
ਟੈਕਨੋਲੋਜੀ ਦੇ ਵਿੱਚ ਵੀ ਸੇਮ ਇਹੀ ਚੀਜ਼ ਆਊਗੀ। ਟੈਕਨੋਲੋਜੀ ਕੋਈ ਅਲੱਗ ਤੋਂ ਨਹੀਂ ਆਉਂਦੀ ਹੈਗੀ। ਟੈਕਨੋਲੋਜੀ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਸਟੇਜ ਆਉਂਦੀ ਹੈ। ਮੰਨ ਲਓ ਕੁਝ ਵੀ ਨया ਕੁਝ ਆਇਆ ਟੈਕਨੋਲੋਜੀ ਦੇ ਲੈਵਲ ਤੇ, ਉਹਦੀ ਪਹਿਲਾਂ ਇੰਟਰੋ ਹੀ ਆਉਂਦੀ ਹੈਗੀ ਹੈ। ਹਰੇਕ ਬੰਦਾ ਕਹਿੰਦਾ ਉਹਦੀ ਐਕਸਪੈਰੀਮੈਂਟਸ ਕਿਵੇਂ ਹੋਏ ਹੈਗੇ ਨੇ। ਹੁਣ ਐਗਜ਼ਾਮਪਲ ਕੋਈ ਮੂਵੀ ਲਗਾ ਲਈ, ਕੋਈ ਮੂਵੀ ਬਣਦੀ ਹੈ, ਸਭ ਤੋਂ ਪਹਿਲਾਂ ਉਹਦਾ ਕੀ ਦਿਖਾਉਂਦੇ ਨੇ, ਸ਼ਾਰਟ ਮੂਵੀ ਦਿਖਾਉਂਦੇ ਨੇ, ਮੀਨ ਜੋ ਉਹਦੀ ਕਲਿੱਪਸ ਹੁੰਦੀਆਂ ਨੇ ਉਹ ਦਿਖਾਉਂਦੇ ਨੇ ਵੀ ਇਹ ਮੂਵੀ ਬਣ ਰਹੀ ਹੈ। ਉਹ ਇੱਕ ਤਰ੍ਹਾਂ ਦੀ ਨਿਊ ਹੀ ਹੁੰਦੀ ਹੈ, ਉਹਦੀ ਇੰਟਰੋਡਕਸ਼ਨ ਹੁੰਦੀ ਹੈ ਵੀ ਲੋਕ ਉਹਨੂੰ ਦੇਖ ਲੈਣ ਵੀ ਤਾਂ ਕਿ ਪ੍ਰਭਾਵਿਤ ਹੋਣ। ਅਗਰ ਉਹਨਾਂ ਨੂੰ ਪ੍ਰੋਮੋ ਹੀ ਵਧੀਆ ਲੱਗ ਗਿਆ ਤਾਂ ਪ੍ਰੋਮੋ ਅੱਗੇ ਬੈਸਟ ਹੋਊਗਾ। ਸੇਮ ਇਹ ਪ੍ਰੋਡਕਟ ਦੇ ਵਿੱਚ ਵੀ ਆਉਂਦਾ। ਫਿਰ ਉਸ ਤੋਂ ਬਾਅਦ ਟੈਕਨੋਲੋਜੀ ਦੇ ਵਿੱਚ ਵੀ, ਟੈਕਨੋਲੋਜੀ ਦੀ ਜਿਹੜੀ ਪਹਿਲੀ ਸਟੇਜ ਹੋਏਗੀ ਉਹ ਹਮੇਸ਼ਾ ਡਿਵੈਲਪਮੈਂਟ ਸਟੇਜ ਹੁੰਦੀ ਜਾਂ ਫਿਰ ਅਸੀਂ ਇੰਟਰੋਡਕਸ਼ਨ ਸਟੇਜ ਕਹਿੰਦੇ ਹਾਂ। ਦੂਜੀ ਸਟੇਜ ਹੁੰਦੀ ਹੈ ਐਪਲੀਕੇਸ਼ਨ ਸਟੇਜ। ਐਪਲੀਕੇਸ਼ਨ ਸਟੇਜ ਦਾ ਮਤਲਬ ਹੁੰਦਾ ਜਦੋਂ ਟੈਕਨੋਲੋਜੀ ਅਪਲਾਈ ਕੀਤੀ ਜਾਂਦੀ ਹੈ ਮਾਰਕੀਟ ਦੇ ਵਿੱਚ। ਮਾਰਕੀਟ ਦੇ ਵਿੱਚ ਜਦੋਂ ਅਪਲਾਈ ਹੋਏਗੀ ਤਾਂ ਮਤਲਬ ਤੁਹਾਡੀ ਗਰੋਥ ਸਟੇਜ ਤੋਂ ਥੋੜੀ ਜਿਹੀ ਅੱਗੇ ਵਧੇਗੀ ਵੀ ਮਾਰਕੀਟ ਦੇ ਵਿੱਚ ਉਹ ਚੀਜ਼ ਲੈ ਕੇ ਆ ਜਾਂਦੇ ਹੈਗੇ ਨੇ। ਥਰਡ ਸਟੇਜ ਹੋਏਗੀ ਤੁਹਾਡੀ ਗਰੋਥ ਸਟੇਜ। ਗਰੋਥ ਸਟੇਜ ਜਦੋਂ ਮਾਰਕੀਟ ਦੇ ਵਿੱਚ ਬੂਮ ਪੀਰੀਅਡ ਆ ਜਾਂਦਾ ਹੈ ਵੀ ਉਹ ਟੈਕਨੋਲੋਜੀ ਸਭ ਲੋਕ ਅਡਾਪਟ ਕਰਨਾ ਚਾਹੁੰਦੇ ਨੇ। ਐਗਜ਼ਾਮਪਲ ਨਵੇਂ ਜੀਓ ਸਿਮ ਆਈ, ਜਿਵੇਂ ਐਗਜ਼ਾਮਪਲ ਆਈ ਜੀਓ ਸਿਮ ਸ਼ੁਰੂ ਦੇ ਵਿੱਚ ਇਹ ਟੈਕਨੋਲੋਜੀ ਸੀਗੀ 4G ਦੇ ਨਾਲ ਆਏ ਸੀਗੇ। ਜਿਹੜੇ ਬੰਦੇ ਕੋਲ 4G ਸਿਮਸ ਹੋਣਗੇ ਮੀਨਸ 4G ਫੋਨ 'ਚ ਉਹ ਸਿਮ ਚੱਲਣਾ ਹੈਗਾ। ਬਹੁਤ ਲੋਕਾਂ ਨੇ ਹੌਲੀ ਟਾਈਮ ਕੀ ਆ ਗਿਆ, ਗਰੋਥ ਟਾਈਮ ਆ ਗਿਆ, ਸਾਰੇ ਲੋਕਾਂ ਨੇ ਖਤਮ ਹੀ ਕਰ ਦਿੱਤੇ 3G ਫੋਨ, ਸਭ ਕੋਲ 4G ਆ ਗਏ। ਉਹ ਸਟੇਜ ਕੀ ਹੋਗੀ, ਗਰੋਥ ਸਟੇਜ ਹੋਗੀ। ਹੁਣ ਕੀ ਹੈ ਮਾਰਕੀਟ ਦੇ ਵਿੱਚ ਕੀ ਹੈ, ਮੈਚਿਓਰ ਟੈਕਨੋਲੋਜੀ ਚੱਲ ਰਹੀ ਹੈ। ਮੈਚਿਓਰ ਟੈਕਨੋਲੋਜੀ ਕਿਉਂਕਿ ਕੁਝ ਕੰਪਨੀਆਂ 5G ਸੈਕਟਰ ਦੇ ਵਿੱਚ ਚਲੀਆਂ ਗਈਆਂ ਤਾਂ ਇਹ ਮੈਚਿਓਰ ਸੈਕਟਰ ਟਾਈਮ ਆ ਗਿਆ ਨਾ। ਮੈਚਿਓਰ ਦਾ ਮਤਲਬ ਕੀ ਹੁਣ ਥੋੜਾ ਬਹੁਤ ਲੂਪ ਡਾਊਨ ਹੋ ਜਾਏਗਾ। ਅਗਰ ਇਸ ਟਾਈਮ ਤੇ 5G ਨਿਕਲ ਜਾਵੇ 4G ਹੌਲੀ ਘਟਣਾ ਸਟਾਰਟ ਹੋ ਜਾਏਗਾ। ਇਦਾਂ ਦੀ ਸਟੇਜ ਨੂੰ ਅਸੀਂ ਕਹਾਂਗੇ ਮੈਚਿਓਰਿਟੀ ਸਟੇਜ। ਜਦੋਂ 5G ਪ੍ਰੋਪਰ ਮਾਰਕੀਟ 'ਚ ਅਪਲਾਈ ਹੋ ਜਾਏਗਾ 4G ਬਿਲਕੁਲ ਖਤਮ ਹੋ ਡਿਕਲਾਈਨ ਸਟੇਜ ਦੇ ਵਿੱਚ ਆ ਜਾਏਗਾ। ਤਾਂ ਮਤਲਬ ਇਸ ਚੀਜ਼ ਕੰਡੀਸ਼ਨ ਨੂੰ ਅਸੀਂ ਟੈਕਨੋਲੋਜੀ ਬੇਸ ਤੇ ਹੀ ਲੈ ਸਕਦੇ ਹਾਂ। ਟੈਕਨੋਲੋਜੀ ਦੇ ਵਿੱਚ ਵੀ ਐਪਲੀਕੇਸ਼ਨ ਗਰੋਥ ਆਊਗੀ, ਮੈਚਿਓਰਿਟੀ ਆਊਗੀ, ਲਾਸਟ ਜਾ ਕੇ ਡਿਕਲਾਈਨ ਸਟੇਜ ਵੀ ਆਣੀ ਹੈਗੀ। ਜਿਹੜਾ ਪੰਜਵਾਂ ਫੇਸ ਹੈ ਉਹ ਇਹਨਾਂ ਨੇ ਡਿਕਲਾਈਨ ਸਟੇਜ ਦਾ ਰੱਖ ਦਿੱਤਾ ਹੈਗਾ। ਲੇਕਿਨ ਪ੍ਰੋਡਕਟ ਦੇ ਵਿੱਚ 4 ਫੇਸ ਨੇ, ਟੈਕਨੋਲੋਜੀ ਦੇ ਵਿੱਚ 5 ਫੇਸ ਨੇ। ਟੈਕਨੋਲੋਜੀ 'ਚ ਉਹਨਾਂ ਨੇ ਬਸ ਸਟਾਰਟਿੰਗ ਦੇ ਵਿੱਚ ਇੱਕ ਡਿਵੈਲਪਮੈਂਟ ਲੈ ਲਿਆ, ਇੱਕ ਗਰੋਥ ਲੈ ਲਈ। ਪ੍ਰੋਡਕਟ ਲਾਈਫ ਸਾਈਕਲ ਐਂਡ ਟੈਕਨੋਲੋਜੀ ਲਾਈਫ ਸਾਈਕਲ। ਅਗਰ ਕਹਿੰਦਾ ਸੀ ਇਹਨਾਂ ਦੋਨਾਂ ਚੀਜ਼ਾਂ ਦੀ ਗੱਲ ਕਰਦੇ ਹੈਗੇ ਆ, ਇਹ ਹਮੇਸ਼ਾ ਕਹਿੰਦਾ ਪ੍ਰੋਡਕਟ ਦੀ ਜੋ ਬ੍ਰਾਂਡ ਦੇ ਨਾਲ ਡੀਲ ਕਰਦੇ ਨੇ, ਕਿਉਂਕਿ ਟੈਕਨੋਲੋਜੀ ਬੇਸ ਤੇ ਹੀ ਪ੍ਰੋਡਕਟ ਦਾ ਬ੍ਰਾਂਡ ਬਣਦਾ ਹੈਗਾ। ਦੋਨੋਂ ਦਾ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਤਾਂ ਹੈਗਾ। ਕੋਈ ਵੀ ਪ੍ਰੋਡਕਟ ਵਿਦਆਊਟ ਟੈਕਨੋਲੋਜੀ ਅੱਗੇ ਨਹੀਂ ਆ ਸਕਦਾ ਹੈਗਾ। ਕਿਸੇ ਵੀ ਪ੍ਰੋਡਕਟ ਨੂੰ ਅਗਰ ਗਰੋਥ ਚਾਹੀਦੀ ਹੈ ਤਾਂ ਟੈਕਨੋਲੋਜੀ ਨੂੰ ਨਾਲ ਅਡਾਪਟ ਕਰਨਾ ਹੀ ਹੋਊਗਾ, ਕਿਉਂਕਿ ਲੋਕ ਮੋਟੀਵੇਟ ਹੀ ਉੱਥੋਂ ਹੁੰਦੇ ਹੈਗੇ ਨੇ। ਬਿਨਾਂ ਮੋਟੀਵੇਸ਼ਨ ਲੈਵਲ ਜਾਂ ਫਿਰ ਐਡਵਰਟਾਈਜ਼ਮੈਂਟਸ ਜਾਂ ਫਿਰ ਤੁਸੀਂ ਕੋਈ ਇਦਾਂ ਕੁਝ ਕੰਪਨੀਆਂ ਇਦਾਂ ਹੁੰਦੀਆਂ ਗਿਫਟ ਬੇਸ ਤੇ ਕੰਮ ਕਰਦੀਆਂ, ਪਹਿਲਾਂ ਫ੍ਰੀ ਦਿੱਤਾ ਬਾਅਦ ਚ ਲੋਕਾਂ ਨੂੰ ਪ੍ਰਭਾਵਿਤ ਕਰ ਲਿਆ। ਉਹ ਚੀਜ਼ ਕਦੀ ਵੀ ਕਹਿੰਦਾ ਫਾਇਦੇਮੰਦ ਨਹੀਂ ਹੁੰਦੀ ਕੰਪਨੀ ਲਈ। ਲੇਕਿਨ ਜ਼ਰੂਰੀ ਹੈ ਕਿ ਤੁਸੀਂ ਟੈਕਨੋਲੋਜੀ ਬੇਸ ਤੇ ਚੱਲੋ। ਜਿਵੇਂ ਐਗਜ਼ਾਮਪਲ ਲਈ ਹੈਗੇ ਨੇ ਪ੍ਰੋਡਕਟ ਫॉर्म ਫਿਲਟਰ ਸਿਗਰਟਸ। ਇਹਨਾਂ ਨੇ ਸਿਗਰਟ ਦੀ ਐਗਜ਼ਾਮਪਲ ਲਈ ਹੈ। ਹੁਣ ਫਿਲਟਰ ਸਿਗਰਟਸ ਹੈ, ਕਹਿੰਦਾ ਦੀ ਐਡ ਇੰਨੀ ਜ਼ਿਆਦਾ ਹੈਗੀ ਟੈਕਨੋਲੋਜੀ ਬੇਸ ਤੇ। ਅੱਜ ਕੱਲ੍ਹ ਉਹ ਫਿਲਟਰ ਸਿਗਰਟ ਕਾਫੀ ਬੰਦੇ ਨੇ ਕੁਝ ਚੇਂਜਸ ਕਰੀਆਂ ਹੋਈਆਂ ਨੇ। ਪਹਿਲਾਂ ਕੁਝ ਹੋਰ ਆਉਂਦਾ ਸੀ, ਹੁਣ ਅੱਜ ਦੇ ਟਾਈਮ 'ਚ ਕੁਝ ਹੋਰ ਆਉਂਦੇ ਨੇ। ਆਪਾਂ ਨੂੰ ਤਾਂ ਪਤਾ ਨਹੀਂ ਕਿਉਂਕਿ ਆਪਾਂ ਸਿਗਰਟਸ ਵਗੈਰਾ ਪੀਂਦੇ ਨਹੀਂ ਹੈਗੇ। ਕਲਾਸੀਕਲ ਮਿਲਡ, ਪਤਾ ਨਹੀਂ ਹੁਣ ਕਲਾਸੀਕਲ ਮਿਲਡ ਕੀ ਕੋਈ ਪ੍ਰੋਡਕਟ ਇਹਨਾਂ ਨੇ ਲਿਆ ਹੈਗਾ ਤੇ ਇਹਨਾਂ ਨੇ ਇਹੀ ਕਿਹਾ ਕਹਿੰਦਾ ਵੀ ਜਦੋਂ ਵੀ ਤੁਸੀਂ ਕਹਿੰਦਾ ਇਸ ਬੇਸ ਤੇ ਕੰਮ ਕਰਦੇ ਹੋ, ਇਹਦੇ ਨਾਲ ਕਹਿੰਦਾ ਇੱਕ ਤਾਂ ਪ੍ਰਾਈਸ, ਇਮੇਜ, ਸਰਵਿਸ, ਡਿਊਰੇਬਿਲਿਟੀ ਔਰ ਰਿਲਾਇਬਿਲਿਟੀ, ਇਹ ਚੀਜ਼ਾਂ ਹਮੇਸ਼ਾ ਇਫੈਕਟ ਹੁੰਦੀਆਂ ਹੈਗੀਆਂ ਨੇ। ਤਾਂ ਜ਼ਰੂਰੀ ਹੈ ਕਹਿੰਦਾ ਪ੍ਰੋਡਕਟ ਲਾਈਫ ਸਾਈਕਲ ਪਲੱਸ ਟੈਕਨੋਲੋਜੀ ਲਾਈਫ ਸਾਈਕਲ ਦੇ ਵਿੱਚ ਇਹ ਚੀਜ਼ਾਂ ਹਮੇਸ਼ਾ ਦੇਖੀਆਂ ਜਾਂਦੀਆਂ ਹੈਗੀਆਂ ਨੇ। ਕਿਉਂਕਿ ਜਦੋਂ ਤੁਸੀਂ ਪ੍ਰੋਡਕਟ ਬਣਾਓਗੇ ਉਹਦੇ ਵਿੱਚ ਪ੍ਰਾਈਸ ਹਰੇਕ ਬੰਦੇ ਨੇ ਦੇਖਣੀ ਹੈ, ਉਹਦੀ ਡਿਊਰੇਬਿਲਿਟੀ ਮੀਨਸ ਕਿੰਨਾ ਟਾਈਮ ਉਹ ਪ੍ਰੋਡਕਟ ਚੱਲ ਸਕਦਾ ਹੈ। ਅੱਜ ਕੱਲ੍ਹ ਹਰੇਕ ਪ੍ਰੋਡਕਟ ਦੇ ਉੱਪਰ ਲਿਖਿਆ ਹੁੰਦਾ ਹੈ ਵੀ ਤੁਸੀਂ ਇੰਨੇ ਟਾਈਮ ਲਈ ਉਹਨੂੰ ਯੂਜ਼ ਕਰੋਗੇ ਤਾਂ ਤੁਹਾਡੇ ਲਈ ਫਾਇਦੇਮੰਦ ਹੈ। ਅਸੀਂ ਕੋਈ ਪ੍ਰੋਡਕਟ ਵੀ ਲੈ ਕੇ ਆਉਂਦੇ ਮਾਰਕੀਟ 'ਚੋਂ, ਵਾਰੰਟੀ ਦਿੰਦੇ ਨੇ ਸਾਨੂੰ 1 ਸਾਲ 2 ਸਾਲ, ਕੋਈ ਹੋਰ ਬੜਾ ਪ੍ਰੋਡਕਟ ਲਿਆਓ 5 ਸਾਲ 10 ਸਾਲ, ਉਸ ਤੋਂ ਬਾਅਦ ਉਹ ਕਹਿੰਦੇ ਇਹਦੀ ਲਾਈਫ ਖਤਮ ਹੋ ਚੁੱਕੀ ਹੈ ਸਾਡੇ ਅਕੋਰਡਿੰਗ, ਤੁਸੀਂ ਜਿੰਨਾ ਮਰਜ਼ੀ ਉਹਨੂੰ ਚਲਾਈ ਚਲੇ ਜਾਓ। ਰਿਲਾਇਬਿਲਿਟੀ ਕਿੰਨੇ ਲੋਕ ਉਹਦੇ ਉੱਪਰ ਸੰਤੁਸ਼ਟ ਹੋ ਰਹੇ ਹੈਗੇ ਨੇ, ਪਲੱਸ ਉਹਦੇ ਲਈ ਸਰਵਿਸ ਜਾਂ ਫਿਰ ਤੁਹਾਡੇ ਮਨ ਦੇ ਵਿੱਚ ਮਾਰਕੀਟ ਦੀ ਉਹਦੀ ਇਮੇਜ ਕੀ ਹੈ, ਇਹ ਚੀਜ਼ਾਂ ਹਮੇਸ਼ਾ ਟੈਕਨੋਲੋਜੀ ਪਲੱਸ ਪ੍ਰੋਡਕਟ ਦੇ ਡਿਜ਼ਾਈਨ ਨਾਲ ਹੀ ਨਿਕਲ ਕੇ ਆਉਂਦੀਆਂ ਹੈਗੀਆਂ ਨੇ। ਇੱਕ ਐਗਜ਼ਾਮਪਲ ਲਈ ਹੈਗੀ ਇਹਨਾਂ ਨੇ, ਇਟ ਇਜ਼ ਸੁਜੈਸਟਡ ਦੈਟ ਇਨ ਦ ਟਾਈਮ ਆਫ ਚੇਂਜਿੰਗ ਟੈਕਨੋਲੋਜੀ ਮੈਨੇਜਮੈਂਟ ਸ਼ੁੱਡ ਯੂਜ਼ ਦੀ ਟੈਕਨੋਲੋਜੀ ਲਾਈਫ ਸਾਈਕਲ ਮੋਡਲ ਆਫ ਅਰਾਈਵ ਟੂ ਡਿਸੀਜਨ ਰਿਗਾਰਡਿੰਗ ਟੈਕਨੋਲੋਜੀਜ਼ ਨਿਊ ਪ੍ਰੋਡਕਟ ਐਟਸੈਟਰਾ ਦੈਟ ਇਜ਼ ਰਿਕੁਆਇਰਡ ਇਨ ਫਿਊਚਰ ਗਰੋਥ ਐਂਡ ਸਰਵਾਈਵਲ। ਕਿਸੇ ਵੀ ਕਹਿੰਦਾ ਪ੍ਰੋਡਕਟ ਦੇ ਵਿੱਚ ਗੱਲ ਕਰ ਲਈ ਚਾਹੇ ਟੈਕਨੋਲੋਜੀ ਬੇਸ ਤੇ ਗੱਲ ਕਹਿੰਦਾ ਟੈਕਨੋਲੋਜੀ ਹਮੇਸ਼ਾ ਚੇਂਜਿੰਗ ਦੇ ਵਿੱਚ ਰਹਿੰਦੀ ਹੈ। ਅੱਜ ਜੋ ਟੈਕਨੋਲੋਜੀ ਹੈ ਪਰਮਾਨੈਂਟ ਹੋ ਰਹੇਗੀ ਨਹੀਂ ਕਹਿ ਸਕਦੇ, ਟੈਕਨੋਲੋਜੀ ਚੇਂਜਿਸ ਹੁੰਦੀ ਰਹਿੰਦੀ ਹੈਗੀ। ਮੈਨੇਜਮੈਂਟ ਨੂੰ ਕਹਿੰਦਾ ਲਾਈਫ ਸਾਈਕਲ ਮਾਡਲ ਦੇ ਅਕੋਰਡਿੰਗ ਹੀ ਟੈਕਨੋਲੋਜੀ ਨੂੰ ਯੂਜ਼ ਕਰਨਾ ਚਾਹੀਦਾ ਹੈ। ਅਗਰ ਮਾਰਕੀਟ ਦੇ ਵਿੱਚ ਕਹਿੰਦਾ ਤੁਹਾਨੂੰ ਫਿਊਚਰ ਗਰੋਥ ਚਾਹੀਦੀ ਹੈ ਪਲੱਸ ਸਰਵਾਈਵਲ, ਤੁਸੀਂ ਮਾਰਕੀਟ 'ਚ ਰੁਕਣਾ ਚਾਹੁੰਦੇ ਹੈਗੇ ਹੋ ਤਾਂ ਤੁਹਾਨੂੰ ਟੈਕਨੋਲੋਜੀ ਨੂੰ ਅਡਾਪਟ ਨਾਲ ਕਰਨਾ ਹੀ ਪਊਗਾ। ਪਹਿਲਾਂ ਕੀ ਹੁੰਦਾ ਸੀ, ਜਿਹੜੀਆਂ ਪੁਰਾਣੀਆਂ ਕੰਪਨੀ ਚੱਲਦੀਆਂ ਹੁੰਦੀਆਂ ਸੀਗੀਆਂ ਉਹ ਇਹਨਾਂ ਚੀਜ਼ਾਂ ਨੂੰ ਮੈਟਰ ਨਹੀਂ ਕਰਦੀਆਂ ਹੁੰਦੀਆਂ ਸੀ। ਜਿਵੇਂ ਅਸੀਂ ਪਹਿਲਾਂ ਕਾਫੀ ਪਿਛਲੇ ਸਮੈਸਟਰ ਦੇ ਵਿੱਚ ਜਿਵੇਂ ਕਲਾਸੀਕਲ ਥਿਊਰੀ ਵਗੈਰਾ ਪੜ੍ਹੀਆਂ ਹੈਗੀਆਂ ਨੇ। ਕਲਾਸੀਕਲ ਥਿਊਰੀ ਕੀ ਕਰਦੀਆਂ, ਸਿਰਫ ਪ੍ਰੋਫਿਟ ਤੱਕ ਡੀਲ ਕਰਦੀਆਂ ਸੀਗੀਆਂ। ਸਾਨੂੰ ਕੋਈ ਮਤਲਬ ਨਹੀਂ ਹੁੰਦਾ ਸੀ ਵੈਸੇ ਕੀ ਕਰਨਾ, ਉਹ ਕਹਿੰਦਾ ਸੀ ਪ੍ਰੋਡਕਸ਼ਨ ਕਰੋ ਤੁਹਾਡਾ ਫਾਇਦਾ ਹੋ ਜਾਏਗਾ। ਲੇਕਿਨ ਅੱਜ ਦੇ ਟਾਈਮ 'ਚ ਓਨਲੀ ਪ੍ਰੋਡਕਸ਼ਨ ਮੈਟਰ ਨਹੀਂ ਕਰਦਾ। ਅੱਜ ਦੇ ਟਾਈਮ 'ਚ ਪ੍ਰੋਡਕਸ਼ਨ ਪਲੱਸ ਟੈਕਨੋਲੋਜੀ, ਹਰੇਕ ਕੰਪਨੀ IT ਸੈਕਟਰ ਪਲੱਸ ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਜ਼ਰੂਰ ਜਾਂਦੀ ਹੈ। ਪ੍ਰੋਡਕਟ ਡਿਜ਼ਾਈਨ ਐਂਡ ਡਿਵੈਲਪਮੈਂਟ,
ਵਿਦਆਊਟ ਪ੍ਰੋਡਕਟ देयर ਵੁੱਡ ਬੀ ਨੋ ਕਸਟਮਰ। ਅਗਰ ਤੁਸੀਂ ਕਹਿੰਦਾ ਮੰਨ ਕੇ ਚੱਲਦੇ ਹੈ ਕਿ ਤੁਹਾਡਾ ਕੋਈ ਪ੍ਰੋਡਕਟ ਨਹੀਂ ਹੈ ਤਾਂ ਮਾਰਕੀਟ ਦੇ ਵਿੱਚ ਕੋਈ ਵੀ ਕਸਟਮਰ ਤੁਹਾਡੇ ਲਈ ਨਹੀਂ ਹੋਣਗੇ। ਕੋਈ ਵੀ ਪ੍ਰੋਡਕਟ ਦੀ ਡਿਵੈਲਪਮੈਂਟ ਲਈ ਕਹਿੰਦਾ ਉਹਨਾਂ ਨੇ ਮਾਡਲ ਸੈੱਟ ਕੀਤਾ ਹੋਇਆ ਐਡੀਲਸਨ ਮਾਡਲ। ਇਹ ਮਾਡਲ ਕੀ ਕਹਿੰਦਾ ਹੈਗਾ, ਕਿਸ ਬੇਸ ਤੇ ਤੁਹਾਨੂੰ ਕਹਿੰਦਾ ਕੰਮ ਕਰਨਾ ਚਾਹੀਦਾ ਹੈ, ਲੁਫਟੀ ਗੋਲਸ। ਫੋਰ ਐਗਜ਼ਾਮਪਲ ਕਹਿੰਦਾ ਕੋਈ ਵੀ ਕੰਪਨੀ ਕੋਲ ਕਹਿੰਦਾ ਲੌਂਗ ਟਾਈਮ ਪੀਰੀਅਡ ਲਈ ਕਹਿੰਦਾ ਗੋਲ ਹੋਣੇ ਚਾਹੀਦੇ ਨੇ। ਲੁਫਟੀ ਗੋਲਸ ਦਾ ਮਤਲਬ ਹੁੰਦਾ ਹੈ ਜਿਹੜੀ ਵੀ ਕੰਪਨੀ ਮਾਰਕੀਟ 'ਚ ਕਹਿੰਦਾ ਸਰਵਾਈਵ ਕਰਨਾ ਚਾਹੁੰਦੀ ਹੈ ਉਹਦੇ ਕੋਲ ਲੌਂਗ ਟਾਈਮ ਪੀਰੀਅਡ ਲਈ ਗੋਲ ਹੋਣੇ ਚਾਹੀਦੇ ਨੇ, ਮੀਨਸ ਉਦੇਸ਼ ਹੋਣੇ ਚਾਹੀਦੇ ਨੇ ਕਿ ਇਸ ਬੇਸ ਤੇ ਮਾਰਕੀਟ 'ਚ ਆਈਏ। ਦੂਸਰਾ ਰਾਈਟ ਟੂ ਲੈਫਟ ਪ੍ਰੋਸੈਸ, ਕਹਿੰਦਾ ਹਮੇਸ਼ਾ ਇਸ ਚੀਜ਼ ਨੂੰ ਤੁਹਾਨੂੰ ਦੇਖਣਾ ਹੋਊਗਾ ਵੀ ਅਸੀਂ ਕਿਸ ਪ੍ਰੋਸੈਸ ਨੂੰ ਚੇਂਜ ਕਰੀਏ, ਡਿਜ਼ਾਈਨ ਕਰੀਏ। ਜਿਵੇਂ ਇੰਗਲਿਸ਼ ਵਿੱਚ ਲਿਖਿਆ ਸਟਾਰਟ ਵਿਦ ਕਸਟਮਰ ਐਂਡ ਮੂਵ ਬੈਕਵਰਡ ਥਰੂ ਦੀ ਆਪਰੇਸ਼ਨ ਟੂ ਦੀ ਡਿਜ਼ਾਈਨ। ਕਸਟਮਰ ਦੇ ਨਾਲ ਸਟਾਰਟ ਕਰੋ, ਹਮੇਸ਼ਾ ਕਹਿੰਦਾ ਬੈਕਵਰਡ ਉੱਥੇ ਹੋਵੋ ਜਿੱਥੇ ਤੁਹਾਨੂੰ ਡਿਜ਼ਾਈਨ ਕਰਨ ਦੀ ਲੋੜ ਹੈਗੀ ਹੈ। ਤੁਸੀਂ ਆਪਣਾ ਪ੍ਰੋਡਕਟ ਸਟਾਰਟ ਕਰੋ ਕਸਟਮਰ ਦੀ ਨੀਡ ਦੇ ਅਕੋਰਡਿੰਗ। ਹਮੇ ਇਹ ਨਹੀਂ ਹੈ ਵੀ ਆਪਣੇ ਅਕੋਰਡਿੰਗ ਕੁਝ ਵੀ ਬਣਾਉਂਦੇ ਚਲੇ ਜਾਓ। ਅੱਜ ਦੇ ਟਾਈਮ ਜ਼ਰੂਰੀ ਹੈ ਕਿ ਕਸਟਮਰ ਨੂੰ ਨਾਲ ਲੈ ਕੇ ਚੱਲਣਾ। ਸਟਰਕਚਰ, ਤੁਹਾਡੇ ਕੋਲ ਕਲੀਅਰ ਟਾਰਗੇਟਸ ਹੋਣੇ ਚਾਹੀਦੇ ਨੇ। ਡਰਾਈ ਡ੍ਰੀਮਿੰਗ ਜਾਂ ਫਿਰ ਏਮਲੈਸ ਐਕਸਪੈਰੀਮੈਂਟ ਹੋਣੇ ਚਾਹੀਦੇ ਨੇ। ਮੀਨ ਤੁਹਾਡੇ ਕੋਲ ਆਪਣੇ ਐਕਸਪੈਰੀਮੈਂਟੇਸ਼ਨ ਵਾਲੇ ਪਰਸਨ ਸੀ, ਜਿਵੇਂ ਕੋਈ ਵੀ ਬਿਜ਼ਨਸ ਦੇਖ ਲਈਏ, ਕੋਈ ਵੀ ਐਗਜ਼ਾਮਪਲ ਦੇਖ ਲਈਏ, ਕਿਤੇ ਵੀ ਆਪਣੇ ਲਾਈਫ ਸਟਾਈਲ 'ਚ ਦੇਖ ਲਈਏ, ਜਦੋਂ ਵੀ ਕਿਸੇ ਜਗ੍ਹਾ ਤੇ ਲੋੜ ਪੈਂਦੀ ਹੈ ਤਾਂ ਹਮੇਸ਼ਾ ਐਕਸਪੀਰੀਅੰਸ ਪਰਸਨਸ ਨੂੰ ਹੀ ਪੁੱਛਿਆ ਜਾਂਦਾ ਹੈਗਾ। ਤਾਂ ਅਗਰ ਐਕਸਪੀਰੀਅੰਸ ਪਰਸਨਸ ਨਾਲ ਹੋਣਗੇ ਤਾਂ ਉਹਦਾ ਫਾਇਦਾ ਜ਼ਿਆਦਾ ਹੁੰਦਾ ਹੈਗਾ। ਫਲੂਇਡਿਟੀ ਦਾ ਮਤਲਬ ਹੁੰਦਾ ਹੈ ਬੀ ਡਰਿਵਨ ਬਾਈ ਟੈਲੈਂਟ ਨੋਟ ਹਾਇਰਾਰਕੀ। ਹਮੇਸ਼ਾ ਕਹਿੰਦਾ ਆਪਣੇ ਟੈਲੈਂਟ ਨੂੰ ਅੱਗੇ ਦਿਖਾਓ। ਹਾਇਰਾਰਕੀ ਨੂੰ ਨਹੀਂ ਹੈ ਵੀ ਤੁਹਾਡੇ ਕੋਲ ਲੈਵਲ ਬਹੁਤ ਤਕੜਾ ਬੈਠਾ ਹੈਗਾ ਵੀ ਤੁਹਾਡੇ ਨਾਲ ਬਹੁਤ ਕੱਪੜੇ ਮੀਨਸ ਕੰਪਨੀ 'ਚ ਬਹੁਤ ਬੈਸਟ ਪਰਸਨਸ ਹੈਗੇ ਨੇ, ਐਕਸਪੀਰੀਅੰਸ ਪਰਸਨ ਬੈਠੇ ਨੇ। ਉਹ ਤਾਂ ਤੁਹਾਨੂੰ ਲੋੜ ਹੈਗੇ ਨੇ ਜਦੋਂ ਤੁਸੀਂ ਕਿਸੇ ਪ੍ਰਕਾਰ ਦਾ ਕੋਈ ਡਿਸੀਜਨ ਲੈਣਾ ਹੈਗਾ। ਅਗਰ ਡਿਵੈਲਪਮੈਂਟ ਦੇ ਵਿੱਚ ਜਾਣਾ ਹੈਗਾ ਤਾਂ ਆਪਣੇ ਟੈਲੈਂਟ ਨੂੰ ਹਮੇਸ਼ਾ ਫਲੂਇਡ ਕਰੋ, ਮੀਨਸ ਅੱਗੇ ਲੈ ਕੇ ਆਓ ਟੈਲੈਂਟ ਨੂੰ। ਟੈਲੈਂਟ ਤੋਂ ਬਿਨਾਂ ਕੋਈ ਵੀ ਪਰਸਨ ਅੱਗੇ ਨਹੀਂ ਜਾਂਦਾ। ਇੰਟਰਪ੍ਰੈਨਿਓਰ ਦੇ ਵਿੱਚ ਆਪਾਂ ਜਿਵੇਂ ਲੈਂਦੇ ਹਾਂ, ਇੰਟਰਪ੍ਰੈਨਿਓਰ ਹਮੇਸ਼ਾ ਟੈਲੈਂਟ ਦੇ ਨਾਲ ਹੀ ਅੱਗੇ ਨਿਕਲ ਕੇ ਆਉਂਦੇ ਨੇ। ਕੋਈ ਵੀ ਬਿਜ਼ਨਸ ਹੈ, ਹੁਣ ਮੈਂ ਕਹਾਂ ਕੋਈ ਪ੍ਰੋਬਲਮ ਆ ਗਈ ਮੇਰੇ ਬਿਜ਼ਨਸ ਦੇ ਵਿੱਚ, ਮੈਂ ਹੁਣ ਕਿਸੇ ਪਹਿਲਾਂ ਸਪੈਸ਼ਲ ਪਰਸਨ ਨੂੰ ਬੁਲਾਉਂਗਾ, ਮੀਟਿੰਗ ਕਰੂੰਗਾ, ਪ੍ਰੋਬਲਮ ਹੋ ਸਕਦੀ ਹੈ। ਮੈਨੂੰ ਖੁਦ ਵੀ ਤਾਂ ਉਹਦੇ ਬਾਰੇ ਕੁਝ ਨੌਲੇਜ ਹੋਣੀ ਚਾਹੀਦੀ ਹੈ ਤਾਂ ਕਿ ਮੈਂ ਖੁਦ ਵੀ ਆਪਣਾ ਟੈਲੈਂਟ ਅੱਗੇ ਦਿਖਾ ਸਕਾਂ। ਇਹਨਾਂ ਦੇਖੋ ਇੱਕ ਪ੍ਰੋਡਕਟ ਤੁਹਾਡੇ ਕੋਲ ਇੱਕ ਡਿਵੈਲਪਮੈਂਟ ਪ੍ਰੋਸੈਸ ਦਾ ਇੱਕ ਚਾਰਟ ਹੀ ਦਿਖਾਇਆ ਹੈਗਾ। ਸਭ ਤੋਂ ਪਹਿਲਾਂ ਕਿ ਚਾਰਟ ਦੇ ਵਿੱਚ ਦਿਖਾਈ ਹੈ ਡਿਟਰਮਾਈਨ ਨੀਡਸ। ਅਗਰ ਤੁਸੀਂ ਕਹਿੰਦਾ ਕੋਈ ਪ੍ਰੋਡਕਟ ਦੀ ਡਿਵੈਲਪਮੈਂਟ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੇਖਣਾ ਹੋਊਗਾ ਕਿ ਤੁਹਾਡੇ ਕੋਲ ਨੀਡ ਕੀ ਨੇ। ਨੀਡ ਦਾ ਮਤਲਬ ਕਿ ਮਾਰਕੀਟ ਦੇ ਵਿੱਚ ਤੁਹਾਡੇ ਕੋਲ ਕੀ ਚੀਜ਼ ਬੰਦੇ ਮੰਗ ਰਹੇ ਹੈਗੇ ਨੇ, ਕਿਉਂਕਿ ਤੁਸੀਂ ਉਸ ਬੇਸ ਤੇ ਹੀ ਕੰਮ ਕਰੋਗੇ। ਅਗਰ ਮਾਰਕੀਟ 'ਚ ਤੁਹਾਡੇ ਪ੍ਰੋਡਕਟ ਦੀ ਡਿਮਾਂਡ ਹੀ ਨਹੀਂ ਹੈ ਜਾਂ ਕਸਟਮਰ ਤੁਹਾਡੇ ਪ੍ਰੋਡਕਟ ਨੂੰ ਪਸੰਦ ਹੀ ਨਹੀਂ ਕਰਦੇ, ਫਿਰ ਤੁਸੀਂ ਪ੍ਰੋਡਕਟ ਬਣਾ ਕੇ ਕੀ ਕਰਨਾ ਹੈ? ਫਿਰ ਤਾਂ ਤੁਹਾਡੇ ਉੱਪਰ ਬਰਡਨ ਹੈ, ਤੁਸੀਂ ਆਪਣਾ ਫਾਈਨਾਂਸ ਜੋ ਹੈ ਉਹ ਇੱਕ ਤਰ੍ਹਾਂ ਦਾ ਕੰਜ਼ਿਊਮ ਕਰ ਲਓਗੇ, ਉਹ ਖਤਮ ਹੋ ਕੇ ਪਿਆ ਰਹਿਣਾ ਹੈਗਾ, ਮੀਨਸ ਬਲੌਕ ਹੋ ਜਾਣੀ ਹੈ ਤੁਹਾਡੀ ਮਨੀ। ਦੂਜਾ ਤੁਹਾਨੂੰ ਕਹਿੰਦਾ ਉਹ ਦੇਖਣਾ ਹੋਊਗਾ ਵੀ ਸਪੈਸੀਫਿਕੇਸ਼ਨ, ਜਿਵੇਂ ਅਸੀਂ ਕਹਿ ਸਕਦੇ ਹਾਂ ਕਲੈਰੀਫਿਕੇਸ਼ਨ ਆਫ ਟਾਸਕ। ਤੁਹਾਨੂੰ ਆਪਣੇ ਕੰਮ ਜੋ ਹੈ ਸੈੱਟ ਕਰਨੇ ਪੈਣਗੇ। ਹਰੇਕ ਬੰਦੇ ਦੇ ਜਿਵੇਂ ਇੱਕ ਹਾਇਰਾਰਕੀ ਲੈਵਲ ਜਾਂ ਫਿਰ ਜਿਵੇਂ ਮੈਨੇਜਰਸ ਲੈਵਲ ਜਾਂ ਮੈਨੇਜਮੈਂਟ ਲੈਵਲ ਦੇ ਵਿੱਚ ਟਾਸਕ ਜੋ ਹੈ ਸੈਟਅਪ ਕਰਨੇ ਹੋਣਗੇ ਵੀ ਕਿਹੜਾ ਡਿਪਾਰਟਮੈਂਟ ਕਿਸ ਨੂੰ ਰਿਪੋਰਟ ਕਰੂਗਾ, ਕਿਹੜੇ ਬੰਦੇ ਦਾ ਕੀ ਸਟਰਕਚਰ ਹੋਊਗਾ, ਕਿਹੜੇ ਬੰਦੇ ਨੇ ਕੀ ਜ਼ਿੰਮੇਵਾਰੀਆਂ ਆਪਣੀ ਰਿਸਪੌਂਸਿਬਿਲਟੀਆਂ ਨਿਭਾਉਣੀਆਂ ਹੈਗੀਆਂ ਨੇ। ਫਿਰ ਥਰਡ ਸਾਡੇ ਕੋਲ ਆਉਂਦਾ ਹੈਗਾ, ਉਹਦੇ ਵਿੱਚ ਉਹ ਆਉਂਦਾ ਹੈਗਾ ਸਾਡੇ ਕੋਲ ਕਨਸੈਪਟ ਜਨਰੇਸ਼ਨ। ਕਨਸੈਪਟ ਜਨਰੇਸ਼ਨ ਦਾ ਮਤਲਬ ਹੁੰਦਾ ਜਿਹੜਾ ਅਸੀਂ ਆਈਡੀਆ ਲੈ ਕੇ ਆਏ ਹਾਂ ਮਾਰਕੀਟ ਦੇ ਵਿੱਚ ਉਹਨੂੰ ਅਸੀਂ ਜਨਰੇਟ ਕਰੀਏ। ਜਨਰੇਟ ਕਿਵੇਂ ਕਰਾਂਗੇ? ਮੀਨਸ ਜੋ ਵੀ ਮੈਨੇ ਕੋਈ ਪ੍ਰੋਡਕਟ ਬਣਾਉਣਾ ਹੈਗਾ, ਮੈਨੂੰ ਲੱਗਦਾ ਹੋਊਗਾ ਵੀ ਉਹ ਟੈਕਨੋਲੋਜੀ ਬੇਸ ਤੇ, ਇਕਨੋਮਿਕ ਬੇਸ ਤੇ ਉਹ ਕਿਵੇਂ ਦਾ ਮੇਰੇ ਲਈ ਫਾਇਦੇਮੰਦ ਹੁੰਦਾ ਹੈ। ਕਿਵੇਂ ਦੇਖਾਂਗੇ ਉਹਨੂੰ? ਟੈਕਨੋਲੋਜੀ ਦੇ ਵਿੱਚ ਉਹਦੀ ਮੈਨੂੰ ਕਿੰਨੀ ਕੋਸਟ ਲੱਗ ਰਹੀ ਹੈ, ਪਲੱਸ ਐਕਚੁਅਲ ਦੇ ਵਿੱਚ ਮੇਰੇ ਕੋਲ ਫਾਈਨਾਂਸ ਦੇ ਵਿੱਚ ਕਿੰਨੀ ਕੋਸਟ ਲੱਗੂਗੀ। ਉਹੀ ਕਨਸੈਪਟ ਜਨਰੇਸ਼ਨ ਹੁੰਦਾ ਨਾ। ਮੈਨੇ ਕਹਿਤਾ ਵੀ ਮਾਰਕੀਟ 'ਚ ਮੈਂ ਕਾਰ ਉਤਾਰ ਦੂੰਗਾ, ਹੁਣ ਕਾਰ ਮੈਂ ਉਤਾਰਦਾ 25-30 ਲੱਖ ਦੀ, ਕੋਈ ਖਰੀਦਣ ਵਾਲਾ ਹੀ ਨਾ ਹੋਵੇ, ਉਹਨੂੰ ਕੀ ਕਰਾਂਗੇ ਆਪਾਂ ਮਾਰਕੀਟ ਦੇ ਵਿੱਚ ਆ ਕੇ? ਉਹਦੇ ਲਈ ਤੁਹਾਨੂੰ ਕਨਸੈਪਟ ਰੈਡੀ ਕਰਨਾ ਪਊਗਾ ਵੀ ਅਸੀਂ ਉਹਦੀ ਡਿਜ਼ਾਈਨਿੰਗ ਕਿਸ ਬੇਸ ਨਾਲ ਕਰੀਏ ਤਾਂ ਕਿ ਮਾਰਕੀਟ 'ਚ ਵਿਕੇ। ਐਗਜ਼ਾਮਪਲ ਲਈਏ ਨੈਨੋ ਗੱਡੀ ਬਾਰੇ, ਕਾਫੀ ਲੋਕਾਂ ਨੇ ਤੁਸੀਂ ਸੁਣੀ ਹੈ, ਬਹੁਤ ਸਸਤੀ ਗੱਡੀ ਔਰ ਚਲਦੀ ਵੀ ਕਾਰ ਵਾਂਗ ਹੈ। ਉਹ ਕੰਪਨੀ ਨੇ ਕੀ ਕੀਤਾ ਵੀ ਬਾਹਰਲੇ ਪਾਸੇ ਉਹਦਾ ਕੀ ਸਾਰਾ ਪਲਾਸਟਿਕ ਵਰਗਾ ਹੀ ਲਗਾਤਾ ਹੈ ਤਾਂ ਲੇਕਿਨ ਲੋਹਾ ਹੀ ਹੈ, ਲੇਕਿਨ ਇੱਕ ਤਰ੍ਹਾਂ ਪਲਾਸਟਿਕ ਦਾ ਡੱਬਾ ਹੀ ਹੈ। ਮਾੜੀ ਜੀ ਵੀ ਟੱਕ ਲੱਗੀ ਉਹ ਗੱਡੀਆਂ 1 ਮਿੰਟ 'ਚ ਵੀ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਇਦਾਂ ਹੀ ਇਕੱਠੀ ਹੋ ਜਾਂਦੀ ਹੈ। ਲੇਕਿਨ ਉਹਨਾਂ ਨੇ ਡਿਜ਼ਾਈਨਿੰਗ ਇਸ ਹਿਸਾਬ ਨਾਲ ਕੀਤੀ ਵੀ ਕਨਸੈਪਟ ਜਨਰੇਟ ਕਰਤਾ, ਕੋਸਟ ਵੀ ਕੱਟ ਕਰ ਲਈ, ਕਾਰ ਦੀ ਕਾਰ ਵੀ ਉਤਾਰਤੀ। ਜ਼ਿੰਮੇਵਾਰੀ ਕਿਹਦੀ ਹੋਗੀ? ਅੱਗੇ ਜਿਹੜੇ ਬੰਦੇ ਯੂਜ਼ ਕਰ ਰਹੇ ਉਹਨਾਂ ਦੀ ਹੈ ਵੀ ਤੁਸੀਂ ਦੇਖ ਕੇ ਚਲਾਓ। ਅਗਰ ਤੁਸੀਂ ਪ੍ਰੋਪਰ ਤਰੀਕੇ ਨਾਲ ਚਲਾਓਗੇ ਤੁਹਾਡੀ ਜ਼ਿੰਮੇਵਾਰੀ, ਕਿਉਂਕਿ ਕੰਪਨੀ ਪਹਿਲਾਂ ਹੀ ਇਨਸਟਰਕਸ਼ਨ ਦੇ ਵਿੱਚ ਉਹ ਚੀਜ਼ ਦੇ ਦਿੰਦੀ ਹੈ ਵੀ ਆਪਣਾ ਕਨਸੈਪਟ ਰੈਡੀ ਕਰ ਲੈਂਦੇ। ਫਿਰ ਹੁੰਦੀ ਹੈ ਇੰਬੋਡੀਐਂਟ ਡਿਜ਼ਾਈਨ। ਇੰਬੋਡੀਐਂਟ ਡਿਜ਼ਾਈਨਸ ਹੁੰਦੇ ਨੇ ਵੀ ਸਾਨੂੰ ਕਿਤੇ ਸਿਲੈਕਸ਼ਨਸ ਕਰਨੀ, ਕਿਤੇ ਰਿਫਾਈਨ ਕਰਨਾ ਹੈ, ਜਾਂ ਫਿਰ ਸਾਨੂੰ ਟੈਕਨੋਲੋਜੀ ਬੇਸ ਤੇ ਕਿਹੜਾ ਡਾਟਾ ਯੂਜ਼ ਕਰਨਾ ਹੈ। ਐਗਜ਼ਾਮਪਲ ਲਈ ਹੁਣ ਜਿਵੇਂ ਮੈंने ਐਗਜ਼ਾਮਪਲ ਪਹਿਲਾਂ ਵੀ 3 ਐਕਟਿਵਾ ਦੀ ਦਿੱਤੀ ਸੀ। ਐਕਟਿਵਾ ਦੇ ਵਿੱਚ ਉਹਨਾਂ ਨੂੰ ਪਤਾ ਵੀ 3G ਤੋਂ 4G ਤੋਂ 5G, ਹੁਣ ਅੱਗੇ ਮੇਬੀ 6G ਵੀ ਆ ਜਾਊਗੀ, ਫਿਰ 7G ਵੀ ਆ ਜਾਊਗੀ। ਕਰਦੇ ਤਾਂ ਕੁਝ ਵੀ ਨਹੀਂ ਹੈ, ਲੋਕ ਚੱਕ ਕੇ ਅੱਗੇ, ਲੋਕ ਚੱਕ ਕੇ ਪਿੱਛੇ, ਜਾਂ ਲੋਕ ਡਿੱਗੀ ਦੇ ਵਿੱਚ, ਕਈ ਵਾਰ ਪੈਟਰੋਲ ਦੀ ਟੈਂਕੀ ਹੋ ਸਕਦਾ ਵੀ ਉੱਪਰ ਹੀ ਲਗਵਾ ਦੇਣ, ਕਿਤੇ ਇਦਾਂ ਦੀ ਸੈਟਅਪ ਕਰ ਦੇਣਗੇ ਉਹ। ਲੇਕਿਨ ਉਹ ਇੱਕ ਕਸਟਮਰ ਨੂੰ ਪ੍ਰਭਾਵਿਤ ਕਰਨ ਲਈ ਹੁੰਦਾ ਹੈ। ਬਲਕਿ ਜਿਹੜੀ 5G 4G ਹੈ ਉਹ ਪਹਿਲਾਂ ਨਾਲੋਂ ਐਕਟਿਵਾ ਨਾਲੋਂ ਬਿਲਕੁਲ ਹਲਕੀਆਂ ਨੇ,
ਪਲਾਸਟਿਕ ਦੇ ਵਿੱਚ ਹੀ ਆ ਰਿਹਾ ਸਾਰਾ ਸਮਾਨ। ਤੁਸੀਂ ਚੱਲਦੇ ਚਲੇ ਜਾਓ, ਟਰੱਕ ਜਦੋਂ ਥੋੜਾ ਨਿਕਲਦਾ ਤੁਹਾਨੂੰ ਇਹ ਲੱਗਦਾ ਵੀ ਮੈਨੂੰ ਕੋਈ ਝਟਕਾ ਮਾਰ ਕੇ ਚਲਾ ਗਿਆ, ਕਿਉਂਕਿ ਜਦੋਂ ਹਲਕੀ ਗੱਡੀ ਹੁੰਦੀ ਹੈ ਉਹਦੇ ਨਾਲ ਬੰਦਾ ਪਹਿਲਾਂ ਹੀ ਹਿਲ ਜਾਂਦਾ ਹੈਗਾ। ਤਾਂ ਇਹਦੇ ਵਿੱਚ ਇੰਪੋਰਟੈਂਟ ਡਿਜ਼ਾਈਨ ਹੀ ਹੁੰਦਾ ਹੈਗਾ। ਜਦੋਂ ਵੀ ਕਹਿੰਦਾ ਕੋਈ ਕੰਪਨੀ ਵਿੱਚ ਪਰਸਨ ਕੰਮ ਕਰੂਗੀ ਤਾਂ ਉਹ ਡਿਜ਼ਾਈਨ ਹਮੇਸ਼ਾ ਪਹਿਲਾਂ ਰੈਡੀ ਕਰ ਲੈਂਦੇ ਨੇ। ਫਿਰ ਹੁੰਦਾ ਡਿਟੇਲ ਇੰਜੀਨੀਅਰ ਡਿਜ਼ਾਈਨ, ਜਿਹੜੀ ਡਿਟੇਲ ਇੰਜੀਨੀਅਰਿੰਗ ਕਰਨੀ ਹੁੰਦੀ ਹੈ ਉਹ ਵੀ ਸਾਨੂੰ ਆਪਣੇ ਪ੍ਰੋਡਕਟ 'ਚ ਕਰਨੀ ਹੋਊਗੀ, ਕਿਉਂਕਿ ਤੁਸੀਂ ਡਿਜ਼ਾਈਨ ਸੈਟਅਪ ਕਰ ਲਿਆ ਵੀ ਅਸੀਂ ਇਹ ਮਟੀਰੀਅਲ ਰੱਖਾਂਗੇ, ਇਹ ਵਾਲਾ ਆਈਟੀ ਰਿਕਾਰਡ ਅਸੀਂ ਰੱਖ ਲਿਆ ਵੀ ਆਈਟੀ ਦੇ ਅਕੋਰਡਿੰਗ ਅਸੀਂ ਨੌਲੇਜ ਕਰਵਾ ਲਈ। ਜਿਹੜਾ ਮੇਨ ਡਿਜ਼ਾਈਨ ਕਰਨਾ ਹੈ ਉਹ ਇੰਜੀਨੀਅਰ ਨਹੀਂ ਕਰਨਾ ਹੁੰਦਾ। ਹੁਣ ਤੁਸੀਂ ਉਹਨੂੰ ਕਹਿ ਦੋ ਵੀ ਇੰਨੀ ਕੁ ਜਗ੍ਹਾ ਦੇ ਵਿੱਚ ਸਾਰੀ ਚੀਜ਼ ਲਗਾਣੀ ਹੈ, ਉਹ ਕਿਸ ਤਰ੍ਹਾਂ ਲਗਾ ਦੂਗਾ? ਤਾਂ ਉਹਦੇ ਲਈ ਉਹਨੂੰ ਕੁਛ ਨਾ ਕੁਛ ਕਲਿੱਪ ਬੋਰਡ ਜਾਂ ਫਿਰ ਮਦਰਬੋਰਡ ਜਿਵੇਂ ਅਸੀਂ ਹੁੰਦੇ ਨੇ, ਜਾਂ ਫਿਰ ਸਾਡੇ ਕੋਲ ਜੋ ਡਿਸਕ ਵਗੈਰਾ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਸਾਰੇ ਬਰਨ ਮੀਨਸ ਕੋਈ ਵੀ ਰੈਕਟਰਸ ਜਾਂ ਕੁਝ ਵੀ ਲੱਗਦੇ ਹੈਗੇ ਨੇ ਜਾਂ ਇਲੈਕਟ੍ਰੀਕਲ ਪਾਰਟਸ ਲੱਗਦੇ ਨੇ, ਉਹਦੇ ਲਈ ਉਨੀ ਸਪੇਸ ਹੋਣੀ ਜ਼ਰੂਰੀ ਹੈ। ਇਹ ਸਾਰਾ ਡਿਜ਼ਾਈਨ ਕਰਨਾ ਥੋੜਾ ਡਿਟੇਲ ਦੇ ਵਿੱਚ ਹੋਣਾ ਚਾਹੀਦਾ ਹੈ। ਇਹਨੂੰ ਪਹਿਲਾਂ ਤੁਸੀਂ ਐਨਾਲਾਈਜ਼ ਕਰੋਗੇ, ਉਹਦੇ ਤੇ ਐਕਸਪੀਰੀਅੰਸ ਵੀ ਚੈੱਕ ਕਰੋਗੇ, ਐਨਾਲਾਈਜ਼ ਮਤਲਬ ਚਲਾ ਕੇ ਉਹਨੂੰ ਦੇਖੋਗੇ। ਮਾਰਕੀਟ ਜਦੋਂ ਕੋਈ ਪ੍ਰੋਡਕਟ ਆਉਂਦਾ ਪਹਿਲਾਂ ਜਦ ਤੱਕ ਉਹਦੇ ਪੂਰੇ ਐਕਸਪੈਰੀਮੈਂਟ ਨਹੀਂ ਹੋ ਜਾਂਦੇ ਉਦੋਂ ਤੱਕ ਮਾਰਕੀਟ ਨਹੀਂ ਆਉਂਦਾ। ਹੁਣ ਮੈਂ ਬਣਾ ਕੇ ਪ੍ਰੋਡਕਟ ਮਾਰਕੀਟ ਉਤਾਰਦਾ, ਅਗਲਾ ਲੈ ਜਾਵੇ, ਇੱਕ ਬੰਦੇ ਕੋਲ ਚੱਲ ਜਾਏ, ਦੂਜੇ ਤੋਂ ਚੱਲੀ ਨਾ, ਉਹ ਕੰਮ ਗੜਬੜ ਹੋ ਜਾਏਗੀ। ਤਾਂ ਇਹਦਾ ਪਹਿਲਾਂ ਹੀ ਐਕਸਪੈਰੀਮੈਂਟ ਹੋ ਜਾਣਾ ਚਾਹੀਦਾ ਹੈ। ਫਿਰ ਹੈਗੀ ਫਿਜ਼ੀਕਲ ਇਵੈਲੂਏਸ਼ਨ। ਫਿਜ਼ੀਕਲ ਇਵੈਲੂਏਸ਼ਨ ਦਾ ਮਤਲਬ ਹੁੰਦਾ ਹੈ ਵੀ ਤੁਸੀਂ ਖੁਦ ਆਪਣੇ ਵਰਕਿੰਗ ਪ੍ਰੋਟੋਟਾਈਪ ਪ੍ਰੋਡਕਟ ਦੇ ਵਿੱਚ ਖੁਦ ਫੈਬਰੀਕੇਟ ਕਰਕੇ ਦੇਖੋਗੇ ਵੀ ਸਾਨੂੰ ਹਾਂ ਐਕਚੁਅਲੀ ਦੇ ਵਿੱਚ ਉਹਦਾ ਫਾਇਦਾ ਮਿਲਿਆ ਜਾਂ ਨਹੀਂ ਮਿਲਿਆ। ਮੀਨਸ ਟੈਸਟਿੰਗ ਕਰੋਗੇ, ਉਹਦੀ ਇਵੈਲੂਏਸ਼ਨ ਕਰੋਗੇ, ਫੀਡਬੈਕ ਲਓਗੇ। ਮੋਸਟ ਜ਼ਿਆਦਾਤਰ ਕੰਪਨੀਆਂ ਕੀ ਕਰਦੀਆਂ ਨੇ, ਜਿਵੇਂ ਕੋਈ ਪ੍ਰੋਡਕਟ ਮਾਰਕੀਟ 'ਚ ਆਏਗਾ ਉਹਨੂੰ ਪਹਿਲਾਂ ਕੰਪਨੀ 'ਚ ਰੱਖ ਦੇਣਗੇ ਲੋਕਾਂ ਦੇ ਫ੍ਰੀ ਕੋਸਟ ਲਈ, ਤੁਸੀਂ ਯੂਜ਼ ਕਰਕੇ ਉਹ ਚਲਾ ਕੇ ਦੇਖ ਕੇ ਆਓ, ਤੁਹਾਨੂੰ ਲੱਗਦਾ ਹੈ ਉਹਦਾ ਫਾਇਦਾ ਹੈ ਜਾਂ ਨਹੀਂ ਹੈ। ਕੰਪਨੀ ਇਹਦਾ ਐਕਸਪੈਰੀਮੈਂਟ ਪਹਿਲਾਂ ਹੀ ਕਰਦੇ ਨੇ। ਐਗਜ਼ਾਮਪਲ ਕੋਈ ਨਵੀਂ ਕਾਰ ਬਣੀ, ਐਗਜ਼ਾਮਪਲ ਹੁਣ ਜਿਵੇਂ ਕੋਈ ਮੈਚ ਵਗੈਰਾ ਹੁੰਦੇ ਨੇ, ਆਪਣਾ ਪ੍ਰਮੋਸ਼ਨ ਕਰਦੇ ਨੇ, ਉੱਥੇ ਗੱਡੀ ਦੇ ਦਿੰਦੇ ਨੇ, ਉੱਥੇ ਕੀ ਮਾਰਕੀਟ 'ਚ ਆਈ ਨਹੀਂ ਹੁੰਦੀ ਗੱਡੀ, ਉਹਨੂੰ ਕੀ ਹੁੰਦੇ ਵੀ ਇਹ ਗੱਡੀ ਜਦੋਂ ਜਾਊਗੀ ਇੱਕ ਤਾਂ ਲੋਕਾਂ ਦੀ ਨਿਗਾਹ 'ਚ ਵੀ ਆ ਗਈ, ਪਲੱਸ ਜਿਹੜੇ ਲੋਕ ਇਹਨੂੰ ਚਲਾਉਣਗੇ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਗੱਡੀ ਕਿੱਦਾਂ ਦੀ ਹੈ, ਉੱਥੋਂ ਹੀ ਅਸੀਂ ਸਾਰੇ ਨੌਲੇਜ ਲੈ ਲਾਂਗੇ ਔਰ ਸਾਨੂੰ ਉਹਦਾ ਫਿਜ਼ੀਕਲ ਇਵੈਲੂਏਸ਼ਨ ਪਤਾ ਲੱਗ ਜਾਊਗਾ ਵੀ ਜਿੱਥੇ ਜਿੱਥੇ ਕੋਈ ਕਮੀਜ਼ ਹੋਣਗੀਆਂ ਇਦਾਂ ਹੀ ਉਹ ਫਾਈਂਡ ਕਰਕੇ ਉਹਨੂੰ ਸੋਲਵ ਕਰ ਲੈਂਦੇ ਨੇ। ਲਾਸਟ ਹੁੰਦੀ ਹੈ ਪ੍ਰੋਡਕਟ ਐਂਡ ਪ੍ਰੋਸੈਸ ਡਿਵੈਲਪਮੈਂਟ। ਪ੍ਰੋਡਕਟ ਐਂਡ ਪ੍ਰੋਸੈਸ ਡਿਵੈਲਪਮੈਂਟ ਦਾ ਮਤਲਬ ਕੀ ਹੋਏਗਾ, ਤੁਸੀਂ ਆਪਣੇ ਪ੍ਰੋਡਕਟ ਨੂੰ ਮਾਰਕੀਟ ਦੇ ਵਿੱਚ ਉਤਾਰ ਦਿੰਦੇ ਹੈਗੇ ਹੋ, ਉਹਨੂੰ ਪ੍ਰੋਸੈਸ ਦੇ ਵਿੱਚ ਲੈ ਕੇ ਆਉਂਦੇ ਹੋ ਵੀ ਹਾਂ ਐਕਚੁਅਲ 'ਚ ਮਾਰਕੀਟ 'ਚ ਗਿਆ ਉਹ ਤਾਂ ਸਾਨੂੰ ਫਾਇਦਾ ਕਿੰਨਾ ਹੋਊਗਾ। ਫਿਰ ਅਸੀਂ ਦੇਖਦੇ ਹਾਂ ਵੀ ਸਾਨੂੰ ਪ੍ਰੋਡਕਸ਼ਨ ਕਿੰਨੀ ਕਰਨੀ ਹੈ, ਉਹਦੇ ਉੱਪਰ ਕੰਟਰੋਲ ਕਿੰਨਾ ਕਰਨਾ ਹੈ, ਕਿੰਨੀ ਕੰਪਿਊਟਰ ਦੀ ਇਨਫੋਰਮੇਸ਼ਨ ਸਿਸਟਮ ਚਾਹੀਦੀ, ਕਿਉਂਕਿ ਕੰਪਿਊਟਰ ਇਨਫੋਰਮੇਸ਼ਨ ਸਿਸਟਮ ਅੱਜ ਕੱਲ੍ਹ ਜਿਵੇਂ ਪ੍ਰੋਡਕਟ ਦੇ ਵਿੱਚ ਕੀ ਹੈ, ਹਰੇਕ ਪ੍ਰੋਡਕਟ ਦੀ ਰੇਟਿੰਗ ਦੇਖੀਏ ਕਦੀ, ਜਦੋਂ ਤੁਸੀਂ ਮਾਰਕੀਟ 'ਚ ਦੇਖਣਾ ਹੋਵੇ ਕੋਈ ਵੀ ਤੁਸੀਂ ਕੰਪਨੀ ਸਮਾਨ ਲੈਣਾ ਹੈਗਾ ਉਹਦੇ ਨੀਚੇ ਕਮੈਂਟਸ ਹੁੰਦੇ ਨੇ, ਰੇਟਿੰਗ ਹੁੰਦੀ ਹੈ ਪੂਅਰ, ਕੁਆਲਿਟੀ, ਹਾਈ, ਮੋਡਰੇਟ, ਉੱਦਾਂ ਕੁਝ ਨਾ ਕੁਝ ਲਿਖਿਆ ਹੁੰਦਾ, ਹਰੇਕ ਨੇ ਆਪਣੇ ਬੇਸ ਦਿੱਤੇ ਹੁੰਦੇ। ਤਾਂ ਇਹ ਕਹਿੰਦਾ ਹਿਊਮਨ ਰਿਸੋਰਸ ਸਿਸਟਮ ਵੀ ਤੁਹਾਡੇ ਕੋਲ ਹੋਣਾ ਚਾਹੀਦਾ, ਜ਼ਰੂਰੀ ਹੈ, ਜਿਹਦੇ ਵਿੱਚ ਸਾਨੂੰ ਕਹਿੰਦਾ ਹਰੇਕ ਚੀਜ਼ ਬਾਰੇ ਪਤਾ ਹੋਵੇ ਕਿ ਮਾਰਕੀਟ ਦੇ ਵਿੱਚ ਉਹਦੀ ਕੀ ਚੀਜ਼ ਨਿਕਲ ਕੇ ਆ ਰਹੀ ਹੈਗੀ ਹੈ। ਤੁਸੀਂ ਉਹਦੇ ਵਿੱਚ ਕਹਿੰਦਾ ਪ੍ਰੋਡਕਟ ਦੀ ਡਿਵੈਲਪਮੈਂਟ ਕਰੋਗੇ, ਮਾਰਕੀਟਿੰਗ ਕਰੋਗੇ, ਮੈਨੂਫੈਕਚਰਿੰਗ ਕਰੋਗੇ, ਫਾਈਨਾਂਸ ਵੀ ਦੇਖੋਗੇ, ਇਨਫੋਰਮੇਸ਼ਨ ਵੀ ਨਾਲ ਦੇਖੋਗੇ। ਉਸ ਤੋਂ ਬਾਅਦ ਇਹ ਦਿਖਾ ਰਹੇ ਹੈਗੇ ਨੇ, ਕਹਿੰਦਾ ਤੁਹਾਡੇ ਕੋਲ ਪ੍ਰੋਡਕਟ ਦਾ ਇੰਟਰੋਡਕਸ਼ਨ ਵੀ ਹੋਣਾ ਚਾਹੀਦਾ। ਇੰਟਰੋਡਕਸ਼ਨ ਕਮੀ ਜਦੋਂ ਮਾਰਕੀਟ ਤੁਸੀਂ ਲੈ ਕੇ ਆਣਾ ਹੈ, ਹਰੇਕ ਬੰਦੇ ਨੂੰ ਕਹਿੰਦੇ ਇੰਟਰੋਡਕਸ਼ਨ ਮੀਨਸ ਉਹਦੀ ਐਡਵਰਟਾਈਜ਼ਮੈਂਟ ਜ਼ਰੂਰ ਕਰੋ। ਕੋਈ ਬੰਦਾ ਵਿਦਆਊਟ ਇੰਟਰੋਡਕਸ਼ਨ ਕਹਿੰਦਾ ਜਦੋਂ ਪ੍ਰੋਡਕਟ ਲਊਗਾ ਮੇ ਬੀ ਸੈਟੀਸਫਾਈਡ ਨਹੀਂ ਹੋਊਗਾ। ਮਾਰਕੀਟ 'ਚ ਕਿਤੇ ਵੀ ਕੋਈ ਪ੍ਰੋਡਕਟ ਬੈਟਰ ਕੰਪਨੀਆਂ ਲੈਣ ਚਲੇ ਜਾਓ, ਉੱਥੇ ਉਹਨਾਂ ਦੇ ਪ੍ਰਮੋਟਰ ਹੁੰਦੇ ਹੀ ਨਹੀਂ। ਅੱਜ ਕੱਲ੍ਹ ਤਾਂ ਜਿਵੇਂ ਫੋਨ ਦੇ ਵਿੱਚ ਹੀ ਲਗਾ ਲਈ, ਬੜੇ ਬੜੇ ਸ਼ੋਰੂਮਸ ਦੇ ਵਿੱਚ ਪ੍ਰਮੋਟਰ ਖੜੇ ਹੁੰਦੇ ਨੇ ਫੋਨ ਸੇਲ ਕਰਨ ਲਈ, ਉਹਨਾਂ ਨੂੰ ਸਾਰੇ ਪੋਜ਼ਿਟਿਵ ਪੁਆਇੰਟ ਤੁਹਾਨੂੰ ਪਹਿਲਾਂ ਦੱਸ ਦਿੰਦੇ ਨੇ। ਕਾਰ ਲੈਣ ਚਲੇ ਜਾਓ ਉੱਥੇ ਪੋਜ਼ਿਟਿਵ ਪੁਆਇੰਟ, ਕੋਈ ਵੀ ਸਕੂਟਰ, ਬਾਈਕ, ਐਕਸਟਰਾ ਲੈਣ ਚਲੇ ਜਾਓ ਉੱਥੇ ਹੀ ਪੋਜ਼ਿਟਿਵ ਪੁਆਇੰਟ ਜਿਹੜੀ ਖੜਾ ਹੁੰਦਾ ਹਰੇਕ ਕੰਪਨੀ ਵਾਲਾ ਤੁਹਾਨੂੰ ਸਮਝਾਉਣ ਲਈ। ਕੌਨਕਰੈਂਟ ਇੰਜੀਨੀਅਰਿੰਗ। ਕੌਨਕਰੈਂਟ ਇੰਜੀਨੀਅਰਿੰਗ ਦਾ ਮਤਲਬ ਹੁੰਦਾ ਕਿ ਅਸੀਂ ਉਹਦੇ ਵਿੱਚ ਆਪਣੇ ਪ੍ਰੋਡਕਟ ਦੀ ਡਿਵੈਲਪਮੈਂਟ ਲਈ ਅਲੱਗ-ਅਲੱਗ ਟਾਈਪ ਨਾਲ ਕੁਝ ਇੰਜੀਨੀਅਰਿੰਗ ਦਾ ਮਤਲਬ ਨਹੀਂ, ਇੰਜੀਨੀਅਰਿੰਗ ਤਾਂ ਪਹਿਲਾਂ ਹੀ ਹੋ ਜਾਂਦੀ ਹੈ। ਕੌਨਕਰੈਂਟ ਇੰਜੀਨੀਅਰਿੰਗ ਦਾ ਮਤਲਬ ਹੁੰਦਾ ਅਸੀਂ ਪ੍ਰੋਡਕਟ ਨੂੰ ਅਲੱਗ-ਅਲੱਗ ਡਿਵੈਲਪਮੈਂਟ ਦੇ ਕਰਨ ਲਈ ਕੀ ਕਰ ਸਕਦੇ ਹਾਂ। ਇਹ ਕਰਦੇ ਹੁੰਦੇ ਨੇ ਜਿਹੜੇ ਮਾਰਕੀਟ ਵਿੱਚ ਤੁਹਾਡੇ ਪਰਸਨ ਉਤਾਰੇ ਹੁੰਦੇ ਨੇ, ਉਹ ਡਿਸਾਈਡ ਕਰਦੇ ਨੇ ਵੀ ਅਸੀਂ ਆਪਣੇ ਬੇਸ ਨਾਲ, ਕਿਉਂਕਿ ਮਾਰਕੀਟ ਕੰਪਨੀ ਦਾ ਰੂਲ ਬਣਾ ਕੇ ਛੱਡ ਦਿੰਦੀ ਹੈ, ਜਿਹੜੇ ਬੰਦੇ ਨੇ ਅੱਗੇ ਸੇਲ ਕਰਨਾ ਹੈ ਉਹ ਡਿਸਾਈਡ ਕਰਦੇ ਵੀ ਕਿਸ ਪ੍ਰਕਾਰ ਦੀ ਮੈਂ ਡਿਜ਼ਾਈਨਿੰਗ ਕਰਾਂ ਮਾਰਕੀਟ ਦੇ ਵਿੱਚ, ਜਾਂ ਆਪਣੇ ਕਸਟਮਰ ਨੂੰ ਕੀ ਸਰਵਿਸਿਜ਼ ਦੇਵਾਂ, ਜਾਂ ਕੰਪਨੀ ਕਈ ਵਾਰ ਡਿਜ਼ਾਈਨ ਕਰ ਲੈਂਦੇ ਨੇ ਵੀ ਅਸੀਂ ਕੀ ਪ੍ਰੋਫਿਟ ਛੱਡੀਏ ਜਾਂ ਕੀ ਸਕੀਮ ਚਾਹੀਏ ਜਿਸ ਬੇਸ ਤੇ ਮਾਰਕੀਟ ਸਾਡਾ ਪ੍ਰੋਡਕਟ ਹੋ ਸਕੇ, ਉਹਨੂੰ ਅਸੀਂ ਕਹਿੰਦੇ ਹੈਗੇ ਕੌਨਕਰੈਂਟ ਇੰਜੀਨੀਅਰਿੰਗ। ਇਹਦੇ ਕੁਝ ਨਾ ਕੁਝ ਇਹ ਹਮੇਸ਼ਾ ਸਾਡੇ ਲਈ ਕਹਿੰਦਾ ਕ੍ਰਿਟੀਕਲ ਵੀ ਹੋ ਜਾਂਦੇ ਨੇ। ਕਈ ਵਾਰ ਕੰਪਨੀ ਦੀ ਕੋਸਟ ਵੱਧ ਜਾਂਦੀ ਹੈ, ਕਈ ਵਾਰ ਕੰਪਨੀ ਐਡਵਰਟਾਈਜ਼ਮੈਂਟ ਦੇ ਚੱਕਰ ਜ਼ਿਆਦਾ ਪੈਸਾ ਲਗਾ ਦੇਵੇ, ਕੋਸਟ ਵੱਧ ਜਾਣੀ ਪ੍ਰੋਡਕਟ ਦੀ, ਤਾਂ ਕਈ ਵਾਰ ਕ੍ਰਿਟੀਕਲ ਕੰਡੀਸ਼ਨ ਇਦਾਂ ਦੀ ਸਾਡਾ ਪ੍ਰੋਡਕਟ ਜੋ ਹੈ ਡਾਊਨ ਵੀ ਜਾ ਸਕਦਾ ਹੈ। ਲੇਕਿਨ ਕੋਈ ਵੀ ਪ੍ਰੋਡਕਟ ਹੈ ਕਹਿੰਦਾ ਇਹਦੇ ਵਿੱਚ ਇਹ ਇੰਜੀਨੀਅਰਿੰਗ ਹੋਣੀ ਜ਼ਰੂਰੀ ਹੈ। ਫਿਰ ਉਸ ਤੋਂ ਬਾਅਦ ਹੈਗਾ ਤੁਹਾਡੇ ਕੋਲ ਡਿਲੇਡ ਡਿਫਰੈਂਟੇਸ਼ਨ। ਵੈਸੇ ਇਹ ਪੁਆਇੰਟ ਤਾਂ ਖਤਮ ਹੋਇਆ, ਅਗਲਾ ਪੁਆਇੰਟ ਇਸ ਤੋਂ ਲੱਗ ਹੀ ਹੈ ਡਿਲੇਡ ਡਿਫਰੈਂਟੇਸ਼ਨ। ਡਿਫਰੈਂਟੇਸ਼ਨ ਦਾ ਮਤਲਬ ਹੁੰਦਾ ਚੇਂਜਸ ਕਰਨਾ। ਕੋਈ ਵੀ ਪ੍ਰੋਡਕਟ ਹੈ ਇਹ ਹਮੇਸ਼ਾ ਡਿਫਰੈਂਟੇਸ਼ਨ ਦੇ ਵਿੱਚ ਜਾਂਦਾ ਹੀ ਜਾਂਦਾ ਹੈ। ਇਹ ਅਲੱਗ ਤੋਂ ਹੀ ਹੈ ਟੌਪਿਕ ਡਿਫਰੈਂਟੇਸ਼ਨ ਦਾ। ਡਿਫਰੈਂਟੇਸ਼ਨ 2 ਨੰਬਰ ਦੇ ਵਿੱਚ ਕੁਐਸਚਨ ਹੀ ਤੁਹਾਨੂੰ ਆਊਗਾ। ਡਿਫਰੈਂਟੇਸ਼ਨ ਦਾ ਮਤਲਬ ਹੁੰਦਾ ਚੇਂਜਸ ਅਡਾਪਟ ਕਰਨਾ। ਡਿਫਰੈਂਟੇਸ਼ਨ ਦਾ ਮਤਲਬ ਇਹ ਨਹੀਂ ਤੁਸੀਂ ਬਣਾਉਂਦੇ ਚੀਜ਼ ਕੋਈ ਬਦਲ ਕੇ ਕੁਝ ਹੋਰ ਕਰ ਦਿਓ, ਆਪਣੇ ਪ੍ਰੋਡਕਟ ਦੇ ਵਿੱਚ ਹੀ ਚੇਂਜਸ ਕਰਨਾ। ਜਦੋਂ ਉਹ ਮੈਚਿਓਰਿਟੀ ਜਾਂ ਡਿਕਲਾਈਨ ਸਟੇਜ ਦੇ ਵਿੱਚ ਆਉਂਦਾ ਹੈ ਉਹਨੂੰ ਚੇਂਜ ਕਰਕੇ ਦੁਬਾਰਾ ਇੰਟਰੋਡਕਸ਼ਨਸ ਲੈ ਕੇ ਆਉਣਾ। ਐਗਜ਼ਾਮਪਲ ਤੁਸੀਂ ਇੱਥੇ ਐਕਟਿਵਾ ਦੀ ਹੀ ਲੈ ਸਕਦੇ ਹੋ, ਬਹੁਤ ਰੇਅਰ ਜੀ ਐਗਜ਼ਾਮਪਲ ਹੈ। ਕੋਈ ਵੀ ਗੱਡੀ ਲੈ ਲਈਏ, ਜਿਵੇਂ ਪਹਿਲਾਂ ਹੁਣ ਮਾਰੂਤੀ ਦੀ ਗੱਡੀਆਂ ਚੱਲ ਰਹੀਆਂ ਸੀ, ਮਾਰੂਤੀ ਆਉਂਦੀ ਸੀ,
ਫਿਰ ਮਾਰੂਤੀ ਦੀ ਕੀ ਆਉਣ ਲੱਗੀ, ਜੈਨ ਆਉਣ ਲੱਗੀ, ਫਿਰ ਮਾਰੂਤੀ ਦੀ ਆਲਟੋ ਆਉਣ ਲੱਗੀ। ਕੀ ਕੀਤਾ ਉਹਨਾਂ ਨੇ, ਹਲਕਾ ਹਲਕਾ ਚੇਂਜ ਕਰਤਾ। ਗੱਡੀ ਉਨੀ ਕੀ ਹੈ, ਉਹਦੇ ਵਿੱਚ ਕੁਛ ਨਾ ਕੁਛ ਡਿਜ਼ਾਈਨਿੰਗ ਚੇਂਜ ਕਰਦੀ। ਐਕਟਿਵਾ 3G 4G 5G ਉਦਾਂ ਕਰਤੀ, ਉਹ ਡਿਫਰੈਂਟੇਸ਼ਨ ਹੋ ਗਈ। ਡਿਫਰੈਂਟੇਸ਼ਨ ਕਰਦੇ ਨੇ ਵੀ ਕੁਛ ਨਾ ਕੁਛ ਚੇਂਜਸ ਅਡਾਪਟ ਕਰਕੇ ਅਸੀਂ ਮਾਰਕੀਟ 'ਚ ਪ੍ਰੋਡਕਟ ਉਤਾਰੀਏ। ਪਲੱਸ ਜਿਹੜਾ ਸਾਡਾ ਕੰਪੀਟੀਟਰ ਹੈ ਉਹਨੇ ਕੀ ਬਣਾਇਆ ਹੈਗਾ, ਉਹਦੀ ਨੌਲੇਜ ਨੂੰ ਗੇਨ ਕਰਨਾ, ਇਹਨੂੰ ਅਸੀਂ ਡਿਫਰੈਂਟੇਸ਼ਨ ਕਹਿੰਦੇ ਹਾਂ। ਹਰੇਕ ਕੰਪਨੀ ਆਪਣੇ ਕੰਪੀਟੀਟਰ ਦੇ ਨਾਲ ਹੀ ਚੱਲਦੀ ਹੈ। ਬਹੁਤ ਸਾਰੀ ਕੰਪਨੀ ਨੂੰ ਇਹ ਚੀਜ਼ਾਂ ਦੇਖਣੀਆਂ ਪੈਂਦੀਆਂ। ਉਹ ਕਦੇ ਅਸੀਂ ਹੁਣ ਸਾਡੀ ਕੰਪੀਟੀਟਰ ਦਾ ਪ੍ਰੋਡਕਟ ਸੇਮ ਫੀਚਰ ਦੇ ਨਾਲ ਘੱਟ ਰੇਟ 'ਚ ਦੇ ਰਹੀ ਹੈ, ਦੂਜੀ ਕੰਪਨੀ ਜ਼ਿਆਦਾ ਦੇ ਰਹੀ ਹੈ, ਤਾਂ ਫਿਰ ਅਸੀਂ ਸੇਮ ਫੀਚਰ ਵਾਲੇ ਦੂਜੇ ਕੋਲ ਚਲੇ ਜਾਵਾਂਗੇ। ਕੁਝ ਲੋਕ ਤਾਂ ਉਹਦਾ ਪ੍ਰੋਡਕਟ ਖਰੀਦਣਗੇ, ਇਹ ਤਾਂ ਨਹੀਂ ਹੈ ਵੀ ਸਾਰੇ ਲੋਕ ਆਪਣਾ ਹੀ ਪ੍ਰੋਡਕਟ ਖਰੀਦਣਗੇ। ਤਾਂ ਉਹਦੇ ਡਿਫਰੈਂਟੇਸ਼ਨ ਨੂੰ ਵੀ ਸਮਝਣਾ, ਪਲੱਸ ਅਸੀਂ ਇਹ ਕੰਪਨੀ ਦੇ ਵਿੱਚ ਐਡਵਾਂਟੇਜ ਲੈਣਾ ਵੀ ਉਸ ਕੰਸੈਪਟ ਨੂੰ ਵੀ ਫਾਇਦਾ ਕਿੱਥੇ ਮਿਲ ਸਕਦਾ ਹੈ, ਵੀ ਆਪਣੀ ਕੋਸਟ ਘਟਾਈਏ। ਉਸ ਟਾਈਮ ਤੇ ਕੰਪਨੀ ਦੇ ਦੇਖਦੇ ਹੈ ਕਿ ਵੀ ਅਸੀਂ ਆਪਣੀ ਕੰਪਨੀ ਦੇ ਵਿੱਚ ਜਾਂ ਤਾਂ ਕੋਮੈਲਿਟੀ ਲੈ ਕੇ ਆਈਏ ਜਾਂ ਫਿਰ ਸਟੈਂਡਰਡਾਈਜੇਸ਼ਨ ਲੈ ਕੇ ਆਈਏ। ਕੋਮੈਲਿਟੀ ਦਾ ਮਤਲਬ ਹੁੰਦਾ ਜਾਂ ਤਾਂ ਅਸੀਂ ਕਾਮਨ ਪ੍ਰੋਡਕਟ ਲੈ ਕੇ ਆ ਜਾਈਏ ਜਾਂ ਫਿਰ ਅਸੀਂ ਆਪਣੇ ਕੰਮ ਦੇ ਵਿੱਚ ਹੀ ਸਟੈਂਡਰਡ ਸੈੱਟ ਕਰੀਏ। ਜਦੋਂ ਅਸੀਂ ਆਪਣੇ ਕੰਮ ਦੇ ਵਿੱਚ ਸਟੈਂਡਰਡ ਸੈੱਟ ਕਰਾਂਗੇ ਤਾਂ ਫਿਰ ਸਾਡਾ ਪ੍ਰੋਡਕਟ ਦੀ ਕੋਸਟ ਜੋ ਹੈ ਘਟ ਸਕਦੀ ਹੈ। ਐਗਜ਼ਾਮਪਲ ਇਹਨੇ ਅੱਗੇ ਲਿਆ ਵੀ ਕੋਮੈਲਿਟੀ ਦਾ ਮਤਲਬ ਕੀ ਹੁੰਦਾ ਵੀ ਸਿਮਿਲਰ ਪ੍ਰੋਡਕਟ ਤੁਸੀਂ ਕਹਿੰਦਾ ਫਾਈਂਡ ਕਰ ਲਓ, ਮੀਨ ਸੇਮ ਕੰਪੋਨੈਂਟ। ਜਿਵੇਂ ਐਗਜ਼ਾਮਪਲ ਕੋਈ ਕੰਪਨੀ ਦੀ ਮਾਰਕੀਟ ਤੁਹਾਡਾ ਪ੍ਰੋਡਕਟ ਉਤਰਿਆ ਹੋਇਆ, ਦੂਸਰੀ ਕੰਪਨੀ ਵੀ ਉਤਾਰ ਰਹੀ ਹੈ, ਤੁਸੀਂ ਸੇਮ ਉਹਦੇ ਵਰਗਾ ਹੀ ਪ੍ਰੋਡਕਟ ਉਤਾਰ ਦਿਓ, ਨਾਮ ਚੇਂਜ ਹੋ ਜਾਵੇ, ਉਹ ਕੋਮੈਲਿਟੀ ਹੋਗੀ। ਤੁਸੀਂ ਸੇਮ ਫੀਚਰ ਦੇ ਨਾਲ ਪ੍ਰੋਡਕਟ ਉਤਾਰਤਾ, ਉਹਦਾ ਫਾਇਦਾ ਹੋ ਗਿਆ। ਜਿਵੇਂ ਐਗਜ਼ਾਮਪਲ ਹੁਣ ਆਪਾਂ ਕਮਿਊਨੀਕੇਸ਼ਨ ਦੇ ਵਿੱਚ ਲੈਂਦੇ ਹਾਂ, ਜੀਓ ਟੈਲੀਕਾਮ ਹੈ, ਏਅਰਟੈਲ ਹੈ, ਵੋਡਾਫੋਨ ਹੈ, ਸੇਮ ਕਾਮਨ ਪ੍ਰੋਗਰਾਮ ਸਭ ਦਿੰਦੀਆਂ ਨੇ। ਰੇਟ ਦੇ ਵਿੱਚ ਥੋੜਾ ਬਹੁਤਾ ਫਰਕ ਹੈਗਾ, ਜਿਹਦਾ ਚੱਲਦਾ ਉਹ ਨਾਮ ਚੱਲ ਰਿਹਾ ਹੈਗਾ। ਮੀਨਸ ਮੋਸਟਲੀ ਕੰਮ ਕੀ ਕਰਤਾ, ਕੋਮੈਲਿਟੀ ਦੇ ਵਿੱਚ ਆ ਕੇ ਵੀ ਅਸੀਂ ਪ੍ਰੋਡਕਟ ਜੋ ਦਵਾਂਗੇ, ਪਹਿਲਾਂ ਸਾਰੀ ਫ੍ਰੀ ਦਿੰਦੇ ਸੀ ਜਿਵੇਂ ਜੀਓ, ਦੂਜੇ ਕੰਪਨੀ ਫ੍ਰੀ ਨਹੀਂ ਦਿੰਦੇ ਸੀ, ਉਹ ਕੋਮੈਲਿਟੀ ਨਹੀਂ ਸੀਗੀ, ਲੇਕਿਨ ਉਹਨਾਂ ਨੂੰ ਲੱਗਦਾ ਸੀ ਕਿ ਡਿਫਰੈਂਟੇਸ਼ਨ ਕੁਛ ਨਾ ਕੁਛ ਸਾਨੂੰ ਕਰਨਾ ਪੈਣਾ। ਪਰ ਡਿਫਰੈਂਟੇਸ਼ਨ ਉਹ ਪ੍ਰੋਡਕਟ ਦੇ ਵਿੱਚ ਉੱਥੇ ਹੀ ਆ ਗਏ। ਦੋਨੋਂ ਹੁਣ ਸਾਰੀ ਕੰਪਨੀ ਇੱਕੋ ਜਿਹੀਆਂ ਹੋ ਗਈਆਂ। ਤਾਂ ਇਹ ਕੋਮੈਲਿਟੀ ਹੁੰਦੀ ਹੈ ਜਿੱਥੇ ਤੱਕ ਪੋਸੀਬਲ ਹੋ ਸਕੇ। ਕੋਮੈਲਿਟੀ ਤੁਸੀਂ ਹਰ ਜਗ੍ਹਾ ਨਹੀਂ ਕਰ ਸਕਦੇ ਕਿਸੇ ਕੰਪਨੀ ਦੀ, ਜਿੱਥੇ ਤੱਕ ਪੋਸੀਬਲ ਹੋਵੇ ਉੱਥੇ ਤੱਕ ਹੀ ਕਰ ਸਕੋਗੇ। ਐਗਜ਼ਾਮਪਲ ਲਈ ਵੀ ਹੈ, ਸੈਲੂਲਰ ਫੋਨ ਮੈਨੂਫੈਕਚਰ ਮੇਕਿੰਗ ਵੇਰੀਅਸ ਮਾਡਲ ਕੈਨ ਕੀਪ ਦੀ ਕੰਪੋਨੈਂਟ ਇਨਵੈਂਟਰੀ ਲੈਵਲ ਲੋ। ਜਿਹੜੀ ਇੱਕ ਸੈਲ ਫੋਨ ਬਣਾਉਣ ਲਈ ਕੰਪਨੀ ਹੁੰਦੇ, ਮੈਨੂਫੈਕਚਰਸ ਹੁੰਦੇ ਨੇ, ਉਹ ਕਹਿੰਦਾ ਕੰਪੋਨੈਂਟ ਲੈਵਲ ਜੋ ਹੈ ਲੋ ਹੀ ਰੱਖਦੇ ਨੇ। ਫੋਨ ਵੱਡਾ ਛੋਟਾ ਕਰੀ ਜਾਣਗੇ, ਲੇਕਿਨ ਕੰਪਨੀ ਨੂੰ ਸਾਨੂੰ ਪਤਾ ਵੀ ਜਿਹੜੇ ਕੰਪੋਨੈਂਟ ਲੱਗਣੇ ਤਾਂ ਲੱਗਣੇ ਹੀ ਲੱਗਣੇ, ਉਹਦਾ ਕੋਮੈਲਿਟੀ ਤੁਹਾਨੂੰ ਰੱਖਣੀ ਪਊਗੀ। ਤੁਸੀਂ ਕਹੋਗੇ ਮੈਂ ਇੱਕ ਕੰਪੋਨੈਂਟ ਕੱਢ ਕੇ ਫੋਨ ਚਲਾ ਦੂੰਗਾ, ਨਹੀਂ ਚੱਲਣਾ, ਕਿਉਂਕਿ ਕੰਪੋਨੈਂਟ ਸਭ ਨੂੰ ਲਗਾਉਣੇ ਪੈਣਗੇ, ਲੇਕਿਨ ਤੁਸੀਂ ਫੀਚਰਸ ਚੇਂਜ ਕਰ ਲੈਣਾ। ਕੋਮੈਲਿਟੀ ਉਹਦੇ ਵਿੱਚ ਲਿਆਣੇ ਵੀ ਅਸੀਂ ਉਨੀ ਪ੍ਰਾਈਸ ਦੇ ਵਿੱਚੋਂ ਲਿਆਈਏ, ਜਾਂ ਉਹਦੇ ਵਿੱਚ ਕੁਝ ਸੈਟਿੰਗ ਇਦਾਂ ਦੀ ਕਰਦੀ ਵੀ ਸਾਨੂੰ ਲੋਕ ਉਹਦੇ ਨਾਲ ਪ੍ਰਭਾਵਿਤ ਹੋਣ। ਹੁਣ ਮਾਰਕੀਟ 'ਚ ਫੋਨ ਹੀ ਦੇਖ ਲਓ, ਜਿਵੇਂ ਫੋਨ ਕਿੰਨੇ ਪ੍ਰਕਾਰ ਦੇ ਆਉਂਦੇ ਨੇ। ਵੀਵੋ ਲੈ ਲਓ, ਵੀਵੋ ਦੀ ਇੰਨੀ ਸੀਰੀਜ਼ ਹੈ, ਓਪੋ ਦੇ ਇੰਨੇ ਸੀਰੀਜ਼ ਹੈ, ਸੈਮਸੰਗ ਸੀਰੀਜ਼ ਇੰਨੀ ਹੈ। ਕਿਹੜਾ ਮਾਡਲ ਕਿਹਨੂੰ ਪਸੰਦ ਆਵੇ, ਕੋਸਟ ਅਲੱਗ-ਅਲੱਗ ਰੱਖ ਲੈਂਦੇ ਨੇ। ਹਰੇਕ ਕੰਪਨੀ ਦਾ ਪ੍ਰੋਡਕਟ ਦੂਸਰੇ ਕੰਪਨੀ ਦੇ ਪ੍ਰੋਡਕਟ ਨਾਲ ਮਿਲਦਾ ਹੁੰਦਾ ਹੈ, ਚਾਹੇ ਕਿਸੇ ਵੀ ਡਿਪਾਰਟਮੈਂਟ 'ਚ ਲੈ ਲਓ, ਚਾਹੇ ਕਾਰ 'ਚ ਲੈ ਲਓ, ਬਾਈਕਸ ਦੇ ਵਿੱਚ ਲੈ ਲਓ, ਐਕਟਿਵਾ 'ਚ ਲੈ ਲਓ, ਫੋਨ 'ਚ ਲੈ ਲਓ, ਮਿਲਦੇ ਜ਼ਰੂਰ ਹੋਣਗੇ। ਜਿਵੇਂ ਇਲੈਕਟ੍ਰਿਕਲ ਪਾਰਟਸ ਹੋ ਗਏ, ਫ੍ਰਿਜ ਹੋ ਗਏ, ਏਸੀ ਹੋ ਗਏ, ਰੈਫਰੀਜਰੇਟਰ ਹੋ ਗਏ, ਸਾਰਾ ਦੇ ਮਿਲਦੇ ਜੁਲਦੇ ਹੁੰਦੇ ਨੇ, ਕੋਸਟ ਵੀ ਸਾਰਾ ਦੀ ਮਿਲਦੀ ਜੁਲਦੀ ਹੁੰਦੀ ਹੈ। ਉਹ ਕੋਮੈਲਿਟੀ ਦੇ ਵਿੱਚ ਚੱਲਣਾ ਪੈਂਦਾ ਮਾਰਕੀਟ ਦੇ ਵਿੱਚ ਰਹਿਣ ਲਈ। ਉਸ ਤੋਂ ਬਾਅਦ ਹੈਗਾ ਰੀਸਾਈਕਲਿੰਗ ਕੰਪੋਨੈਂਟ ਕੋਮੈਲਿਟੀ। ਰੀਸਾਈਕਲਿੰਗ ਦਾ ਮਤਲਬ ਹੁੰਦਾ ਹੈ ਵੀ ਅਸੀਂ ਆਪਣਾ ਜਿਹੜਾ ਪ੍ਰੋਡਕਟ ਬਣ ਰਿਹਾ ਨਾ ਰੀਸਾਈਕਲ ਕਰ ਲੈਣਾ, ਉਹਦੇ ਵਿੱਚ ਕੁਝ ਨਾ ਕੁਝ ਚੇਂਜਸ ਕਰ ਲੈਣਾ। ਇਹਨਾਂ ਦੇ ਕੁਝ ਪੁਆਇੰਟਸ ਲਿਖੇ ਹੈਗੇ ਨੇ, ਸਾਨੂੰ ਉਹਦਾ ਕਹਿੰਦਾ ਰੀਸਾਈਕਲਿੰਗ ਦਾ ਫਾਇਦਾ ਕੀ ਹੁੰਦਾ ਹੈ। ਲੀਡਸ ਟੂ ਲੈਸ ਯੂਟਿਲਾਈਜੇਸ਼ਨ ਰॉ ਮਟੀਰੀਅਲ। ਸਾਡਾ ਰॉ ਮਟੀਰੀਅਲ ਦੀ ਲੈਸ ਯੂਟਿਲਾਈਜੇਸ਼ਨ ਹੋ ਜਾਂਦੀ ਹੈ। ਅਸੀਂ ਕੀ ਕਹਿੰਦੇ ਆ ਵੀ ਜਿਹੜਾ ਪ੍ਰੋਡਕਟ ਸਾਡੇ ਕੋਲ ਖਰਾਬ ਹੋਣ ਦੀ ਕੰਡੀਸ਼ਨ ਪਏ ਹੁੰਦੇ, ਅਸੀਂ ਉਹਨੂੰ ਦੁਬਾਰਾ ਤੋਂ ਯੂਜ਼ ਕਰ ਲੈਣਾ ਰੀਸਾਈਕਲਿੰਗ ਦੇ ਵਿੱਚ। ਰਿਡਿਊਸ ਇਨਵਾਇਰਮੈਂਟ ਇੰਪੈਕਟ। ਇਨਵਾਇਰਮੈਂਟ ਦਾ ਜੋ ਇੰਪੈਕਟ ਹੁੰਦਾ ਉਹ ਵੀ ਰਿਡਿਊਸ ਹੋ ਜਾਂਦਾ, ਕਿਉਂਕਿ ਤੁਸੀਂ ਪ੍ਰੋਡਕਟ ਕੋਈ ਬਣਾਏ ਹੋਏ ਨੇ। ਹੁਣ ਕੰਪਨੀ ਕੋਲ ਪਹਿਲਾਂ ਹੀ ਮੰਨ ਲਓ ਐਗਜ਼ਾਮਪਲ ਮੈਂ ਲਵਾਂ, ਐਕਟਿਵਾ 3G ਹੈ, 3G ਬਣੀਆਂ ਹੋਈਆਂ ਨੇ, ਹੁਣ ਉਹਨੂੰ 4G 'ਚ ਕਨਵਰਟ ਕਰਨਾ, ਉਹਨਾਂ ਨੇ ਕੀ ਕਰਨਾ ਹੈ, ਸਾਰਾ ਸਕੂਟਰ ਥੋੜੀ ਪੱਟ ਲੈਣਗੇ, ਉਹ ਜਿਹੜੀ ਉਹਦੇ ਉੱਪਰਲੀ ਸ਼ੇਪ ਆ ਉਹਨੂੰ ਹੀ ਚੇਂਜ ਕਰਨਗੇ। ਉਹਦਾ ਇਨਵਾਇਰਮੈਂਟ ਦੇ ਉੱਪਰ ਇਫੈਕਟ ਨਹੀਂ ਪੈਂਦਾ, ਕਿਉਂਕਿ ਇੱਕ ਚੀਜ਼ ਬਣਾਉਣ ਲਈ ਪਹਿਲਾਂ ਇੰਨਾ ਪੋਲੂਸ਼ਨ ਹੋਇਆ ਹੋਇਆ, ਉਹਨਾਂ ਨੂੰ ਸਿਰਫ ਚੇਂਜਸ ਹੀ ਕਰਨੀ, ਉਹਦੇ 'ਚ ਪੋਲੂਸ਼ਨ ਵੀ ਘਟ ਜਾਏਗਾ, ਇਨਵਾਇਰਮੈਂਟ ਚੇਂਜਸ ਘੱਟ ਹੁੰਦੇ ਨੇ। ਸਰਾਊਂਡਿੰਗ ਕਲੀਅਰਿੰਗ ਐਂਡ ਹੈਲਦੀਅਰ। ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਿਹੜੀ ਚੀਜ਼ ਬਣਾਈ ਦਿਖਾਉਂਦੇ ਹੈਗੇ ਆ ਵੀ ਪ੍ਰੋਪਰ ਹੈਲਦੀ ਬਣੀ ਹੋਈ ਚੀਜ਼ ਦਿਖਾਈ ਇਦਾਂ ਜਾਂਦੀ, ਲੇਕਿਨ ਹੁੰਦਾ ਵਿੱਚ ਉਹਦੇ ਕੁਝ ਵੀ ਨਹੀਂ ਹੁੰਦਾ। ਸੇਵਸ ਲੈਂਡਫਿਲ ਸਪੇਸ। ਸਾਡੀਆਂ ਜਿਹੜੀਆਂ ਜਗ੍ਹਾ ਜਿਹੜੀ ਘਿਰਦੀ ਹੈਗੀ ਹੈ ਉਹ ਸਪੇਸ ਵੀ ਘਟ ਜਾਂਦੀ ਹੈਗੀ। ਜਦੋਂ ਕੁਝ ਨਿਊ ਟੈਕਨੋਲੋਜੀ ਤੇ ਆਊਗੀ ਨਾ, ਚੀਜ਼ ਛੋਟੀ ਹੁੰਦੀ ਚਲੀ ਜਾਊਗੀ। ਇਹ ਵੀ ਚੀਜ਼ ਹਮੇਸ਼ਾ ਇਫੈਕਟ ਹੁੰਦਾ ਹੈ। ਗੱਡੀਆਂ ਲੈ ਲਓ, ਫੋਨ ਲੈ ਲਓ, ਕੰਪਿਊਟਰ ਲੈ ਲਓ, ਲੈਪਟਾਪ ਲੈ ਲਓ, ਅੱਜ ਦੇ ਟਾਈਮ 'ਚ ਉਹਨਾਂ ਦੀ ਸਪੇਸ ਘਟਦੀ ਚਲੀ ਜਾ ਰਹੀ ਹੈ। ਪਹਿਲਾਂ ਇੰਨੇ ਵੱਡੇ ਚੀਜ਼ਾਂ ਆਉਂਦੀਆਂ ਸੀ, ਹੁਣ ਛੋਟੀਆਂ, ਹੁਣ ਤਾਂ ਕਾਰਾਂ ਵੀ ਛੋਟੀਆਂ ਆਉਣ ਲੱਗ ਗਈਆਂ। ਜਿਹੜੀਆਂ ਵੱਡੀਆਂ ਕਾਰਾਂ ਆਉਂਦੀਆਂ ਸੀ, ਟਾਟਾ ਸੂਮੋ ਹਨਾ, ਹੁਣ ਘਟ ਗਈਆਂ, ਬਰੇਜ਼ਾ ਤੇ ਆ ਗਈਆਂ। ਉਹਨਾਂ ਦੇ ਲੈਵਲ ਛੋਟੀਆਂ ਗੱਡੀਆਂ ਹੋ ਗਈਆਂ, ਕੋਈ ਇੰਨੀਆਂ ਵੱਡੀਆਂ ਨਹੀਂ ਆਉਂਦੀਆਂ। ਸੇਵ ਮਨੀ। ਜਦੋਂ ਰੀਸਾਈਕਲਿੰਗ ਕਰੋਗੇ ਕਾਮਨਲੀ ਬੇਸ ਤੇ ਮਨੀ ਵੀ ਸੇਵ ਹੋਏਗੀ ਤੁਹਾਡੀ। ਰਿਡਿਊਸ ਅਮਾਊਂਟ ਆਫ એનર્ਜੀ ਰਿਕੁਆਇਰਡ। ਮੰਨ ਲਓ ਕਿਸੇ ਪ੍ਰੋਡਕਟ ਨੂੰ ਬਣਾਉਣ ਲਈ ਜਿੰਨੀ ਮੈਨੂਫੈਕਚਰਿੰਗ ਦੇ ਪ੍ਰੋਡਕਟ ਨੂੰ ਬਣਾਉਣ ਲਈ એનર્ਜੀ ਦੀ ਲੋੜ ਸੀ, ਮੀਨਸ ਜਿੰਨੇ ਲੇਬਰ ਵਗੈਰਾ, ਉਹਨੀ ਲੇਬਰ ਦੀ ਸਾਨੂੰ ਲੋੜ ਨਹੀਂ ਪੈਂਦੀ ਹੈਗੀ ਜੇਕਰ ਤੁਸੀਂ ਰੀਸਾਈਕਲਿੰਗ ਕਰੋਗੇ। ਮਾਸ ਕਸਟਮਾਈਜ਼ੇਸ਼ਨ। ਮਾਸ ਕਸਟਮਾਈਜ਼ੇਸ਼ਨ ਇਜ਼ ਬਿਲਟ ਟੂ ਕੰਸੈਪਟ ਆਫ ਪੋਸਟਪੋਨੈਂਟ। ਪੋਸਟਪੋਨੈਂਟ ਦਾ ਮਤਲਬ ਅਸੀਂ ਕਹਿ ਸਕਦੇ ਹਾਂ ਜਦੋਂ ਤੁਹਾਡਾ ਪ੍ਰੋਡਕਟ ਜੋ ਹੈ ਫਾਈਨਲ ਕਨਫੀਗਰੇਸ਼ਨ ਦੇ ਵਿੱਚ ਆ ਜਾਂਦਾ ਹੈ, ਜਦੋਂ ਕਸਟਮਰ ਸਪੈਸੀਫਿਕ ਆਰਡਰ ਇਜ਼ ਨੋਨ, ਤੁਸੀਂ ਫਿਰ ਕਸਟਮਰ ਨੂੰ ਸੋਲੂਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹੋ। ਮੀਨਸ ਤੁਹਾਨੂੰ ਪਤਾ ਵੀ ਤੁਹਾਡਾ ਪ੍ਰੋਡਕਟ ਰੈਡੀ ਹੋ ਕੇ ਮਾਰਕੀਟ 'ਚ ਆਉਣ ਲਈ ਤਿਆਰ ਪਿਆ ਹੈ, ਕਸਟਮਰ ਦੇ ਨੀਡਸ ਬਾਰੇ ਵੀ ਤੁਹਾਨੂੰ ਪਤਾ ਹੁੰਦਾ ਹੈ, ਫਿਰ ਤੁਸੀਂ ਮਾਸ ਕਸਟਮਾਈਜ਼ੇਸ਼ਨ ਕਰਦੇ ਹੋ। ਕਸਟਮਾਈਜ਼ੇਸ਼ਨ ਕਸਟਮਰ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹੋ ਜ਼ਿਆਦਾਤਰ,
जिन्ने कस्टमर ज्यादा साडे नाल जुड़नगे ਉਹਦਾ ਸਾਨੂੰ ਫਾਇਦਾ ਹੋਊਗਾ। ਉਹ ਕਿਸ ਤਰ੍ਹਾਂ ਕਰਦੇ ਆ, ਮੋਸਟਲੀ ਅਸੀਂ ਜਾਂ ਤਾਂ ਕੋਈ ਸਰਵਿਸਿਜ਼ ਫ੍ਰੀ ਦੇ ਵਿੱਚ ਦਿੰਨੇ ਹੈਗੇ ਜਾਂ ਵਾਰੰਟੀ ਬੇਸ ਤੇ ਲੈ ਕੇ ਆ ਜਾਂਦੇ ਆ, ਜਾਂ ਫਿਰ ਉਹਨਾਂ ਨੂੰ ਅਸੀਂ ਕਹਿ ਦਿੰਦੇ ਹੈਗੇ ਵੀ ਇੰਨੇ ਟਾਈਮ ਕੋਈ ਤੁਹਾਡਾ ਸਮਾਨ ਖਰਾਬ ਹੋਇਆ ਤਾਂ ਅਸੀਂ ਚੇਂਜ ਕਰ ਦਾਂਗੇ, ਜਾਂ ਫਿਰ ਕਮਿਸ਼ਨ ਬੇਸ ਤੇ ਕੰਮ ਸ਼ੁਰੂ ਕਰ ਦਿੰਦੇ ਹੈਗੇ ਆ। ਅਸੀਂ ਜਦੋਂ ਅਸੀਂ ਮਾਰਜਨਲ ਰੈਵਿਊ ਦੇ ਵਿੱਚ ਆ ਜਾਂਦੇ ਹਾਂ, ਸਾਨੂੰ ਲੱਗਦਾ ਵੀ ਸਾਡੀ ਐਗਜ਼ਾਮਪਲ ਮੀਨ ਸਾਨੂੰ ਫਾਇਦਾ ਹੋ ਸਕਦਾ ਹੈਗਾ। ਐਗਜ਼ਾਮਪਲ ਇਹਨਾਂ ਲਿਖਿਆ ਹੈਗਾ, ਦੇਖੋ mass customization is what is done by Dell computers. Dell direct supply chain model based on internet orders. Dell ਕਹਿੰਦਾ ਮਾਰਕੀਟ ਦੇ ਵਿੱਚ ਮਾਸ ਕਸਟਮਾਈਜ਼ੇਸ਼ਨ ਤੁਸੀਂ ਕਹਿੰਦਾ ਮਾਰਕੀਟ 'ਚ ਖਰੀਦੋ, ਸ਼ਾਪਸ ਵਗੈਰਾ ਤੋਂ ਮਹਿੰਗੇ ਮਿਲਣਗੇ। ਇਹਨਾਂ ਨੇ ਕੀ ਕੀਤਾ, ਤੁਸੀਂ ਡਾਇਰੈਕਟ ਕੰਪਨੀ ਦਾ ਵੀ ਖਰੀਦ ਸਕਦੇ ਹੋ, ਸਪਲਾਈ ਚੇਨ 'ਚ ਰੱਖਤਾ ਆਪਣੇ ਡਾਇਰੈਕਟ ਹੀ ਸੇਲ। ਜਿਹੜੇ ਬੰਦੇ ਇਹਨਾਂ ਦੇ ਮਾਰਕੀਟ ਸਰਵਿਸ ਵਾਲੇ ਹੁੰਦੇ ਨੇ ਉਹਨਾਂ ਨੂੰ ਆਰਡਰ ਦਿੱਤੇ ਹੋਏ ਨੇ, ਤੁਸੀਂ ਡਾਇਰੈਕਟ ਸੇਲ ਕਰ ਸਕਦੇ ਹੋ। ਹੋਰ ਤਾਂ ਹੋਰ ਘਰੇ ਆ ਕੇ ਪ੍ਰੋਪਰ ਸਰਵਿਸ ਕਰਕੇ ਜਾਂਦੇ ਨੇ, ਅਗਰ ਕੁਝ ਟੁੱਟ ਗਿਆ ਤਾਂ ਘਰੇ ਆ ਕੇ ਫ੍ਰੀ ਠੀਕ ਕਰ ਜਾਂਦੇ ਨੇ। ਤਾਂ ਇਹ ਮਾਸ ਕਸਟਮਾਈਜ਼ੇਸ਼ਨ ਹੁੰਦਾ ਵੀ ਕਸਟਮਰ ਆਪਣੇ ਨਾਲ ਜ਼ਿਆਦਾ ਤੋਂ ਜ਼ਿਆਦਾ ਜੋੜਨਾ। ਉਸ ਤੋਂ ਬਾਅਦ ਹੈਗਾ ਡਿਸਾਈਡਿੰਗ ਪ੍ਰੋਡਕਟ ਆਰਕੀਟੈਕਟ। ਪ੍ਰੋਡਕਟ ਦਾ ਆਰਕੀਟੈਕਟ ਦਾ ਮਤਲਬ ਹੁੰਦਾ ਜਦੋਂ ਤੁਸੀਂ ਜਿਹੜਾ ਪ੍ਰੋਡਕਟ ਬਣਾਉਣਾ ਉਹ ਕਿਸ ਬੇਸ ਤੇ ਬਣਾਉਣਾ ਹੈਗਾ, ਉਹਨੂੰ ਅਸੀਂ ਪ੍ਰੋਡਕਟ ਦਾ ਆਰਕੀਟੈਕਟ ਕਹਿ ਸਕਦੇ ਹੈਗੇ, ਜਾਂ ਫਿਰ ਪ੍ਰੋਡਕਟ ਦਾ ਡਿਜ਼ਾਈਨ ਵੀ ਕਹਿ ਸਕਦੇ ਹਾਂ। ਜਦੋਂ ਵੀ ਕਹਿੰਦਾ ਪ੍ਰੋਡਕਟ ਦਾ ਤੁਸੀਂ ਆਰਕੀਟੈਕਟ ਕਰੋਗੇ, ਤੁਹਾਨੂੰ ਤਿੰਨ ਚੀਜ਼ਾਂ ਦਿਮਾਗ 'ਚ ਰੱਖਣੀਆਂ ਹੋਣਗੀਆਂ। ਸਭ ਤੋਂ ਪਹਿਲਾਂ ਫੰਕਸ਼ਨਲ ਕੈਪੇਬਿਲਿਟੀ ਆਫ ਦੀ ਪ੍ਰੋਡਕਟ, ਮੀਨਸ ਤੁਹਾਡੇ ਫੰਕਸ਼ਨ ਉਹਦੀ ਕੈਪੇਬਿਲਿਟੀਜ਼ ਕੀ ਹੋਣਗੀ, ਤੁਸੀਂ ਉਹਨੂੰ ਕਿਵੇਂ ਬਣਾ ਰਹੇ ਹੋ, ਪਲੱਸ ਉਹਦੇ ਪਹਿਲਾਂ ਵਾਲੇ ਫੀਚਰਸ ਕੀ ਨੇ, ਇਹ ਮਾਈਂਡ ਦੇ ਵਿੱਚ ਰੱਖਣੇ ਹੋਣਗੇ। ਇਹ ਨਹੀਂ ਹੋ ਕਿ ਤੁਸੀਂ ਪਹਿਲਾਂ ਵਾਲੇ ਫੀਚਰਸ ਖਤਮ ਹੀ ਕਰ ਦੋਗੇ, ਪਹਿਲਾਂ ਵਾਲੇ ਫੀਚਰਸ ਦੇ ਵਿੱਚ ਚੇਂਜਸ ਕਰਨੇ ਪੈਣਗੇ ਤੁਹਾਨੂੰ। ਦੂਜਾ ਕੈਪੇਬਿਲਿਟੀ ਆਫ ਦੀ ਪ੍ਰੋਡਕਟ ਡਿਲੀਵਰੀ ਸਿਸਟਮ, ਤੁਸੀਂ ਆਪਣਾ ਪ੍ਰੋਡਕਟ ਕਿਸ ਬੇਸ ਨਾਲ ਡਿਲੀਵਰ ਕਰ ਸਕਦੇ ਹੋ, ਇਹ ਕੈਪੇਬਿਲਿਟੀਜ਼ ਵੀ ਤੁਹਾਡੇ ਕੋਲ ਪ੍ਰੋਪਰ ਹੋਣੀ ਚਾਹੀਦੀਆਂ ਨੇ। ਕੋਈ ਕੰਪਨੀ ਬਣਾ ਲਵੇ ਪ੍ਰੋਡਕਟ ਬਣਾਏ ਹੋਣੇ, ਹੁਣ ਸਾਨੂੰ ਪਤਾ ਵੀ ਸਾਡੀ ਆਲ ਓਵਰ ਡਿਮਾਂਡ ਹੈ, ਹੁਣ ਮੈਂ ਸਾਰੀ ਜਗ੍ਹਾ ਤੇ ਆਪਣਾ ਪ੍ਰੋਡਕਟ ਭੇਜ ਨਹੀਂ ਸਕਦਾ। ਜਿਵੇਂ ਅਸੀਂ ਇੱਕ ਟੌਪਿਕ ਬੀਕਾਮ ਚ ਕਰਿਆ ਹੋਇਆ, ਤੂੰ ਤਾਂ ਕਰਿਆ ਹੋਇਆ ਹੈ, ਉਹਦੇ ਵਿੱਚ ਆਪਰੇਸ਼ਨ ਰਿਸਰਚ ਟਰਾਂਸਪੋਰਟੇਸ਼ਨ ਸਿਸਟਮ, ਉਹਦੇ ਟਰਾਂਸਪੋਰਟੇਸ਼ਨ ਡਿਲੀਵਰ ਸਿਸਟਮ ਹੈ ਵੀ ਅਸੀਂ ਆਪਣਾ ਪ੍ਰੋਡਕਟ ਕਿੱਥੇ ਭੇਜੀਏ। ਅਲੱਗ-ਅਲੱਗ ਹਿਸਾਬ ਨਾਲ ਸਾਨੂੰ ਕੋਸਟ ਉਹ ਕੰਪਨੀ ਦੇਖਦੀਆਂ ਹੈਗੀਆਂ ਨੇ ਵੀ ਨਾਰਥ ਵੈਸਟ ਮੈਥਡ ਦੇਖੀਏ, ਲਿਸਟ ਕੋਸਟ ਦੇਖੀਏ, ਜਾਂ ਫਿਰ ਪੈਨਲਟੀ ਮੈਥਡ ਦੇਖੀਏ, ਜਾਂ ਫਿਰ ਮੋਦੀ ਮੈਥਡ ਦੇਖੀਏ। ਉਸ ਬੇਸ ਨਾਲ ਸਾਨੂੰ ਚੀਜ਼ ਚੈੱਕ ਕਰਨੀ ਪੈਂਦੀ ਹੈ। ਸਾਨੂੰ ਹਰੇਕ ਪਲੇਅਰ ਦੇ ਕਹਿੰਦਾ ਰੋਲ ਸੈੱਟ ਕਰਨੇ ਪੈਣਗੇ, ਮੀਨ ਸਾਡੀ ਕੰਪਨੀ ਦੇ ਵਿੱਚ ਕਿਹੜਾ ਬੰਦਾ ਕੀ ਕੰਮ ਕਰ ਰਿਹਾ ਉਹ ਵੀ ਸਾਨੂੰ ਸੈਟਅਪ ਪਹਿਲਾਂ ਤੋਂ ਹੀ ਕਰਨਾ ਪੈਣਾ ਹੈਗਾ। ਅਗਰ ਅਸੀਂ ਉਹ ਪਹਿਲਾਂ ਤੋਂ ਸੈਟਅਪ ਨਹੀਂ ਕਰਾਂਗੇ ਤਾਂ ਉਹ ਸਾਨੂੰ ਗੜਬੜ ਹੋ ਸਕਦੀ ਹੈ। ਇਸ ਚੀਜ਼ ਬਾਰੇ ਸਾਨੂੰ ਪਹਿਲਾਂ ਤੋਂ ਹੀ ਕਲੀਅਰ ਦੇਖਣਾ ਪਏਗਾ। ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਹੈਗਾ ਸਟੈਂਡਰਡਾਈਜੇਸ਼ਨ ਆਫ ਪ੍ਰੋਡਕਟ ਐਂਡ ਸਰਵਿਸਿਜ਼। ਪ੍ਰੋਡਕਟ ਐਂਡ ਸਰਵਿਸ ਦੀ ਅਗਰ ਤੁਸੀਂ ਸਟੈਂਡਰਡਾਈਜੇਸ਼ਨ ਸੈੱਟ ਕਰਨਾ ਹੈ, ਉਹ ਕਿਹੜੇ ਪੁਆਇੰਟ ਤੇ ਸੈੱਟ ਹੋ ਸਕਦੀ ਹੈ। ਕਹਿੰਦਾ ਕੋਈ ਵੀ ਫਰਮ ਆਪਣੇ ਮਾਰਕੀਟ ਦੇ ਵਿੱਚ ਸਟੈਂਡਰਡ ਸੈੱਟ ਕਰਨੀ ਹੈ, ਉਹ ਕਿਸ ਬੇਸ ਨਾਲ ਸੈੱਟ ਹੋਊਗੀ। ਸਭ ਤੋਂ ਪਹਿਲਾਂ ਲੋਅਰ ਪ੍ਰੋਡਕਟ ਕੋਸਟ, ਅਗਰ ਪ੍ਰੋਡਕਟ ਦੀ ਕੋਸਟ ਜੋ ਹੈ ਘੱਟ ਰੱਖੇਗੀ ਤਾਂ ਸਟੈਂਡਰਡ ਹੋ ਸਕਦਾ ਹੈ। ਦੂਜਾ ਕੁਇਕਰ ਪ੍ਰੋਡਕਟ ਡਿਜ਼ਾਈਨ, ਆਪਣੇ ਪ੍ਰੋਡਕਟ ਦੇ ਡਿਜ਼ਾਈਨ ਨੂੰ ਕੁਇਕਰ ਬੇਸ ਤੇ ਚੇਂਜ ਕਰ ਦੇਵੇ, ਮੀਨ ਜਲਦੀ ਨਾਲ ਚੇਂਜ ਕਰ ਲਵੇ। ਇਹ ਨਹੀਂ ਕਿ ਮਾਰਕੀਟ 'ਚ ਪ੍ਰੋਡਕਟ ਉਤਾਰਨ ਲਈ ਬਹੁਤ ਜ਼ਿਆਦਾ ਟਾਈਮ ਲਗਾਵੇ, ਤਾਂ ਉਹ ਕਦੀ ਸਟੈਂਡਰਡ 'ਚ ਨਹੀਂ ਆ ਸਕਦੀ। ਅਗਰ ਮਾਰਕੀਟ 'ਚ ਟਾਈਮ ਦੇ ਨਾਲ ਡਿਜ਼ਾਈਨ ਨੂੰ ਚੇਂਜ ਕਰਕੇ ਮਾਰਕੀਟ 'ਚ ਆ ਜਾਵੇ ਤਾਂ ਮਾਰਕੀਟ ਦੇ ਵਿੱਚ ਸੈਟੀਸਫਾਈਡ ਹੋ ਸਕਦੀ ਹੈ। ਐਗਜ਼ਾਮਪਲ ਆਪਾਂ ਨੇ ਐਕਟਿਵਾ ਲਈ ਸਭ ਜਗ੍ਹਾ ਤੁਸੀਂ ਲਿਖ ਸਕਦੇ ਹੋ 3G 4G 5G, ਉਹ ਚੇਂਜਸ ਫਟਾਫਟ ਕਰਕੇ ਆ ਜਾਂਦੇ ਨੇ ਮਾਰਕੀਟ 'ਚ। ਪ੍ਰੋਡਕਟ ਪੁਰਾਣੇ ਵੀ ਖੜੇ, ਨਵੇਂ ਵੀ ਆ ਗਏ। ਇਨਹਾਂਸ ਪ੍ਰੋਡਕਟ ਫਲੈਕਸੀਬਿਲਿਟੀ ਕੈਪੇਬਿਲਿਟੀ, ਤੁਹਾਡੇ ਪ੍ਰੋਡਕਟ ਦੀ ਫਲੈਕਸੀਬਿਲਿਟੀ ਮੀਨਸ ਜਿਹੜੇ ਡਿਜ਼ਾਈਨ ਨੇ ਪਲੱਸ ਉਹਦੀਆਂ ਰਿਸਕਿੰਗ ਇਨਕੰਪੈਟੀਬਿਲਿਟੀਜ਼ ਨੇ ਉਹ ਇਨਹਾਂਸ ਹੋ ਜਾਣ, ਮੀਨ ਥੋੜੇ ਰਿਸਕ ਜਿਹੜੇ ਪ੍ਰੋਡਕਟ ਚ ਲਾਉਣ ਲੱਗਦੇ ਨੇ ਉਹ ਘਟ ਜਾਣ, ਔਰ ਲੱਗੇ ਵੀ ਤੁਹਾਡਾ ਪ੍ਰੋਡਕਟ ਜ਼ਿਆਦਾਤਰ ਯੂਜ਼ ਹੋ ਸਕਦਾ ਹੈ। ਉਹ ਚੀਜ਼ ਮਾਰਕੀਟ 'ਚ ਹੋਣੀ ਚਾਹੀਦੀ ਹੈ। ਪਲੱਸ ਡਿਲੀਵਰੀ, ਤੁਹਾਡੇ ਪ੍ਰੋਡਕਟ ਦੀ ਡਿਲੀਵਰੀ ਟਾਈਮ ਨਾਲ ਹੋਣੀ ਚਾਹੀਦੀ ਹੈ, ਤਾਂ ਤੁਸੀਂ ਕਹਿੰਦਾ ਮਾਰਕੀਟ ਸਟੈਂਡਰਡ ਬਣਾ ਸਕਦੇ ਹੈਗੇ ਹੋ। ਸਿੰਪਲੀਫਾਈਡ ਵੈਲਿਊ ਕੰਪੈਰੀਜ਼ਨਸ, ਤੁਹਾਡੇ ਪ੍ਰੋਡਕਟ ਦੀ ਕੰਪੈਰੀਜ਼ਨ ਹੋਰ ਪ੍ਰੋਡਕਟ ਨਾਲ ਈਜ਼ਲੀ ਬੇਸ ਨਾਲ ਹੋ ਜਾਣੀ ਚਾਹੀਦੀ ਹੈ। ਇਹ ਚੀਜ਼ ਵੀ ਹੋਣੀ ਚਾਹੀਦੀ। ਤੁਸੀਂ ਆਪਣੇ ਪ੍ਰੋਡਕਟ ਦੇ ਫੀਚਰਸ ਇਸ ਪ੍ਰਕਾਰ ਨਾਲ ਸੈਟਅਪ ਕੀਤੇ ਹੋਣ ਤਾਂ ਕਿ ਸਭ ਨੂੰ ਪਤਾ ਹੋਵੇ ਤੁਹਾਡੇ ਪ੍ਰੋਡਕਟ ਦੇ ਵਿੱਚ ਕੀ ਐਕਸਟਰਾ ਹੈਗਾ। ਕੰਪੈਰੀਜ਼ਨ ਕਰਨਾ ਹੋਵੇ, ਕੋਈ ਬੰਦਾ ਕੰਪੈਰੀਜ਼ਨ ਕਰ ਸਕਦਾ, ਉਹਦੀ ਰਿਲਾਇਬਿਲਿਟੀ ਨੂੰ ਚੈੱਕ ਕਰ ਸਕਦੇ, ਸੰਤੁਸ਼ਟੀ ਲੈਵਲ, ਸੈਟੀਸਫੈਕਸ਼ਨ ਲੈਵਲ ਚੈੱਕ ਕਰਕੇ ਤੁਸੀਂ ਮਾਰਕੀਟ 'ਚ ਕਿੰਨਾ ਸਟੈਂਡਰਡ ਬਣਾ ਸਕਦੇ ਹੋ। मार्केट ਦੇ ਵਿੱਚ ਜਦੋਂ ਵੀ ਕੋਈ पर्सन, उसके बाद भी आपके पास है मॉड्यूलर डिजाइन। मार्केट में कहता अपना प्रोडक्ट जो है इजिली बेस पे उतारना हो, इंट्रोड्यूस करना हो, तो आप क्या करेंगे, कहता मॉड्यूलर डिजाइन को सिलेक्ट करेंगे। आप क्या करेंगे, मिक्स एंड मैच क्लोथिंग करेंगे। मिक्स एंड मैच क्लोथिंग मीन जो पहले आपका प्रोडक्ट बना हुआ है उसका मिलता जुलता प्लस उसमें कुछ ना कुछ चेंजेस कर देंगे। इसको हम मॉड्यूलर डिजाइन बोलते हैं। कोई भी कंपनी कहता अपने प्रोडक्ट को चेंज नहीं करती, लेकिन उसमें कुछ ना कुछ हल्का फुल्का चेंजेस कर देती है जो क्विकली बेस पे आपके मार्केट में आ जाती है। जब भी कोई कंपनी, मान एग्जाम्पल ने लिया हुआ है, द प्रोडक्ट आर्किटेक्टर मारुति उद्योग लिमिटेड यूज्ड इन लॉन्चिंग द मारुति 800 ओमनी जिप्सी 1984 फ्रॉम ए सिंगल प्लेटफॉर्म एज द बेस ऑफ मॉड्यूलर डिजाइन। मार्केट सुजुकी जो है उन्होंने 800 उतारी थी, उन्होंने साथ के साथ ही जिप्सी भी उतारी, ओमनी भी उतारी। तो उन्होंने क्या किया था, भी अपने प्रोडक्ट को मार्केट में रखा, साथ के साथ क्विकली बेस पे कुछ ना कुछ चेंजेस करके साथ वाले प्रोडक्ट भी निकाल दिए, सेम मिलती जुलती गाड़ियां निकाल दी। तो उसका फायदा क्या हुआ, उसको हम मॉड्यूलर डिजाइन बोलते हैं। वो मिक्स एंड मैच क्लोथिंग करते हैं, ऐसे टाइप को बोला जाता है मॉड्यूलर डिजाइन। एक हमारे पास आता है डिजाइन फॉर मैन्युफैक्चरेबिलिटी।
जब हम कुछ चीज असेंबल करने के लिए, कोई काम करने के लिए डिजाइन करते हैं, ये स्टार्टिंग से ही प्रोसेस होती है। सबसे पहले हम इसमें एस्टिमेट, हमें मैन्युफैक्चरिंग कॉस्ट को देखना होता है, हमारी मैन्युफैक्चरिंग कॉस्ट कितनी लगेगी। हम हमेशा कोशिश करते हैं कि हमारी कॉस्ट को असेंबल किया जाए, प्लस प्रोडक्शन सिस्टम बेटर किया जाए, और हमारी कॉस्ट के जो कंपोनेंट्स हैं उनको भी कम रखा जाए। क्योंकि जब भी कोई कंपनी मैन्युफैक्चरिंग में जाएगी, न्यू प्रोडक्ट सेटअप करती है, तो उन्होंने देखना होगा कि हमारे पास कौन कौन से अदर फैक्टर हैं जो हमारे प्रोडक्ट के साथ डील करेंगे, जिससे हमारा प्रोडक्ट की कॉस्ट कम रहे। प्लस हम देखेंगे कि हमारी मैन्युफैक्चरिंग कॉस्ट हमेशा जो है कम है, क्योंकि जब कोई प्रोडक्ट बनाया जाएगा तो हमें उस चीज को हमेशा देखना होगा। देखो इन्होंने लिखा भी, गुड मैन्युफैक्चरिंग डिजाइन में जाने तो आपके पास कौन कौन से पॉइंट होने चाहिए। सबसे पहले मिनिमाइज द नंबर ऑफ पार्ट्स, अपने जितने भी पार्ट्स आपने लगाए हुए हैं उनको कम कीजिए, डिफाइन फॉर मैन्युफैक्चरिंग के लिए। दूसरा, मॉडुलर डिजाइन, मॉडल के बेस पे ऊपर डिजाइन कीजिए, जो आज के टाइम में लोग पसंद कर रहे हैं वो डिजाइन कीजिए। डिजाइन दी पार्ट ऑफ मल्टी यूज, कोई पार्ट ऐसा लगाइए जिसपे मल्टी यूज एक ही में कंप्लीट हो जाए। अलग अलग चीज के लिए अलग अलग पार्ट लगाएंगे, मे भी कहता गड़बड़ हो सकती है। आजकल कोई भी चीज देख लीजिए, एक ही जगह में 4-5 चीजें लगी होती हैं, उसमें से सभी चीजें यूज हो जाती हैं। इलेक्ट्रॉनिक काम ही ऐसा हो गया है, तो कहता मॉडुलर डिजाइन सोचते हैं। अवॉइड सेपरेट फास्टनर्स, अलग अलग फास्टनर्स लगाने की जरूरत नहीं है। मैंने जैसे बोला अभी, बाइक पे देख लो, रेस दे रहे हैं, साथ में ही आपके लाइट वाला सिस्टम भी है, ऊपर ही नीचे ही हॉर्न का सिस्टम है, ऊपर ही अप डाउन करने वाला लाइट वाला सिस्टम है, एक ही जगह 4 चीजें हैं। तो कहता अगर सबके लिए अलग अलग चीजें लगा देंगे एक हैंडल के ऊपर तो गड़बड़ हो सकती है, एग्जांपल के तौर पे। तो अवॉइड कीजिए, कहता सभी चीजों को कहता मल्टी यूज में लेके आइए। एलिमिनेट एडजस्टमेंट, एडजस्टमेंट भी मत कीजिए, कोई ऐसी चीज भी ना बना दीजिए एक ही जगह पे सारी चीजें एडजस्ट कर दो, वो बंदा कहे भी यार गड़बड़ हो गई, मैं चलाऊंगा कैसे, फिर बंदा उलझ भी सकता है। तो थोड़ी बहुत उसमें स्पेस ऐसी होनी चाहिए जिसमें सेटअप हो जाए। अब जैसे एग्जांपल लें, कार है, आज के टाइम में कार में क्या करते हैं उन्होंने, ऑटो गियर वाली कार बना दी है। आप चलाइए कार, गियर अपने आप पड़ेंगे, जैसे स्पीड बढ़ जाएगी गियर डल जाएगा। आपको क्या है, गाड़ी वहां पे अलार्म से कर देती है, आपको सिर्फ क्लच दबाना होता है। अगर कहता आप ऑटो क्लच ही कर देंगे फिर तो गड़बड़ हो जाएगी, उसको एडजस्टमेंट मत कीजिए। आपको जहां पे जिसकी जरूरत है वो चीज सेटअप कर लीजिए। क्लच तो कस्टमर को ही दबाने दीजिए, वो दबाएगा तो चलेगी। अगर क्लच सिस्टम भी आपने दे दिया फिर तो गड़बड़ हो सकती है, कभी एक्सीडेंट ज्यादा हो सकते हैं। तो ऑटो एडजस्टमेंट भी मत कीजिए जिस वजह से कम हो। डिजाइन फ्रॉम टॉप डाउन असेंबली, हमेशा टॉप से लेके डाउन तक असेंबल कीजिए। ये नहीं भी एक जगह पे असेंबल करके छोड़ दी, पीछे कुछ है ही नहीं, खाली छोड़ दी गाड़ी, प्रॉपर असेंबल होना चाहिए। मिनिमम हैंडलिंग, हमेशा कोशिश करें कि हमारी हैंडलिंग कॉस्ट जो है मिनिमम बढ़े, प्लस जो बंदा संभाल सके उसको इजिली बेस पे। इतना भी उसको डिजाइन ना कर दीजिए, हर एक जगह पे पार्ट सेशन लगा दीजिए, बंदा हर जगह पे केयर करनी पड़े उसको, चीज ना होनी चाहिए। अवॉइड टूल्स, कोशिश कीजिए कि टूल्स कम से कम लगे, एक ही टूल से जो है काफी चीजें यूज हो जाएं। वो टूल पहले क्या होता था, भी हर एक चीज को ओपन करने के लिए अलग अलग टूल्स ही होते हैं। आजकल के एक ही टूल से काफी चीजें यूज हो जाती हैं, तो बोलते हैं भी टूल सिस्टम भी अवॉइड होना चाहिए। मिनिमाइज सब असेंबलीज जो आपने सब पार्ट लगाए होते हैं उनको हटाइए, भी एक ही पार्ट में कंडीशन कंप्लीट कीजिए। सिंप्लीफाई ऑपरेशंस, अब काम जो होना चाहिए वो सिंपल होना चाहिए, इजिली बेस पे आपका काम हो सके। स्टैंडर्ड पार्ट्स तब यूज करिए जब यूज हो, आपको लगता है भी हाँ अब ये टाइम आ गया कि हमें इसको स्टैंडर्ड में ही यूज करना हो, तो आप प्रोडक्ट जो कंपनी बेस पे लगाए, नहीं तो अदरवाइज छोटे पार्ट भी चल जाते हैं। डिजाइन फॉर एफिशिएंट एडुकेट टेस्टिंग, हमेशा कहता बढ़िया तरीके से टेस्टिंग होनी चाहिए प्रोडक्ट की। बिना बढ़िया तरीके से मीन्स इलेक्ट्रिक इंजीनियरिंग जैसे मैं बोलता हूँ भी आपने एक्सपेरिमेंट नहीं किए तो प्रोडक्ट मार्केट में नहीं आना चाहिए। यूज रिपीटेबल अंडरस्टूड परसेंट, आपका जो प्रोडक्ट होना चाहिए रिपीटेबल होना चाहिए। रिपीटेबल मीन्स तो बार बार उसको यूज करने की कोशिश करें, ये ना भी प्रोडक्ट आपने एक बार बना दिया उसको बार बार पसंद ही ना करे। एनालाइज फेलियर्स, हमेशा ये भी चीजें अगर मान लो कोई चीज फेल हो रही है उसको चेक करना जरूरी है। ये ना हो कि आप कोई चीज खराब होगी आप उसको फेंक दें, चलो नहीं लगा दें, पहले चेक कीजिए उसका कारण क्या है। हो सकता है दूसरी गाड़ियों में भी कोई प्रॉब्लम आए तो उसको दूर कर लीजिए। रिगोरसली असेस वैल्यू, हमेशा कहता अपनी वैल्यू को भी असेस करते रहिए। डिजाइन फॉर मैन्युफैक्चरिंग में जरूरी है अपनी वैल्यू को भी साथ में लेके चलना। सर्विस डिजाइन, जब सर्विस लेके आएंगे तो उसमें कहता लो डिग्री ऑफ कस्टमर कॉन्ट्रैक्ट होता है। कोशिश कीजिए भी जब भी किसी पर्सन को सर्विसेज दे रहे हैं उसमें कस्टमर का कॉन्ट्रैक्ट लो डिग्री का हो, सर्विस बेटर हो सकती है। अगर पर्सन सामने खड़ा रहेगा आप उसको बोलेंगे मैं बना के दूंगा तेरे सामने ही, तो उसके डिमांड चेंज होंगी, फिर आप चेंजेस करके अपना सामान ही गड़बड़ करेंगे। सर्विस में भी कहता है कस्टमर की कॉन्ट्रैक्टेबिलिटी होती है जो कम होनी चाहिए। हाई डिग्री ऑफ कस्टमर कॉन्ट्रैक्ट, अगर कस्टमर की हाई डिग्री ऑफ कॉन्ट्रैक्ट है तो आपको कस्टमर की सेटिस्फेक्शन के अकॉर्डिंग ही काम करना पड़ता है, फिर उसके में हमें क्या पर्सनलाइजेशन काम करना पड़ता है, डिलीवरी सिस्टम साथ में देना पड़ता है, प्रॉपर टाइम टू डिलीवरी वगैरह कीजिए तब कस्टमर सेटिस्फाइड हो सकते हैं। अब दोनों में क्या होगा भी डिफरेंस प्रोडक्ट में और सर्विस डिजाइन में, पहला तो ये है भी
गुड्स जो है इजिली बेस पे इन्वेंटर कर सकते हैं हम, लेकिन सर्विस को अपनी फ्रीडम से मींस गुड्स को चेक कर सकते हैं, लेकिन सर्विस को फ्रीडम से चेक नहीं किया जाता, क्योंकि सर्विस में तो क्या है कस्टमर चाहिए होती है। दूसरा है कि दोनों में रिस्क जरूर होता है, मोस्टली रिस्क सर्विसेज में होता है, सर्विसेज में ज्यादा प्रॉब्लम्स कस्टमर्स को हो जाती हैं, प्रोडक्ट में नहीं होती। प्रोडक्ट में तो ये था कि हम उसको चेक करके फेल कर दूर कर सकते हैं, सर्विस तो एकदम से करनी, जब कस्टमर आएगा तभी कंप्लीट करनी होती है। थर्ड डिफरेंस ये है कि प्रोडक्ट इनोवेशन प्रोसेस गुड्स आर ऑफनली सप्लाई चेन वाइड। प्रोडक्ट में तो कहता है सप्लाई चेन के अकॉर्डिंग चल जाता है, आज प्रोडक्ट बनाया दूसरे बंदे से चला जाएगा, लेकिन सर्विस में तो सप्लाई चेन कुछ भी नहीं होता, एक ही टाइम पे सारा कुछ काम हमें करना पड़ता है। फिर है रिलायबिलिटी। रिलायबिलिटी होती है कि हम किसी प्रोडक्ट के ऊपर कितनी हमें जो है क्वालिटी मिली प्रोडक्ट। रिलायबिलिटी का मतलब ये होता है कितने लोग उससे संतुष्ट हुए। रिलायबिलिटी सर्व्स ए मेजर ऑफ क्वालिटी ऑफ द प्रोडक्ट एंड सर्विस डिजाइन। प्रोडक्ट या सर्विस से आपको कितनी क्वालिटी मिली, ये रिलायबिलिटी होती है, क्योंकि लोग उससे कस्टमर का एक्सपीरियंस निकल के आता है। एग्जाम्पल, पेटेंट एक्सेप्ट फ्रॉम द हॉस्पिटल टू हैव बी कंपेटेंट स्टाफ, पीपल एक्सपेक्ट द मोबाइल नेटवर्क टू द कंजेशन फ्री एक्सेट्रा। पेशेंट्स क्या करते हैं, हॉस्पिटल स्टाफ से कहता बिल्कुल मिल जाते हैं ताकि वो कोई भी चीज पूछनी हो, जैसे एग्जांपल फोन से ही पूछ लेते हैं। आजकल पेशेंट्स ऐसे भी होते हैं, छुट्टी मिलेगी घर चलेगी, घर पे आप स्टाफ से घर बैठे ही बात कर लो, आपको सर्विस मिल जाती है। ये रिलायबिलिटी होती है, क्योंकि हम लोग संतुष्ट होते हैं, बोलता है गोली खा लो, हम लोग संतुष्ट होते हैं, तो हमें उसमें क्वालिटी मिली होती है, क्योंकि वहां से हमें सर्विसेज बेटर मिली होती है। उसके बाद इम्प्रूविंग, अगर किसी कंपनी ने अपनी रिलायबिलिटी इंप्रूव करनी है तो आपको पता कहता है कस्टमर का सेटिस्फेक्शन लेवल प्लस अपनी कॉस्ट, कस्टमर की डिमांड, ये सारी चीजें चेक करनी होंगी। उसी बेस पे कहता है आप अपने काम को देख सकते हैं, प्लस अपनी आपको एक्चुअल कॉस्ट भी देखनी होगी, क्योंकि जब मैं किसी पर्सन को सर्विस दे रहा हूँ तो मेरी कॉस्ट भी तो लग रही है, तो मेरे को कॉस्ट भी देखनी होगी। हर जगह मैं फ्री सर्विस देते चलूंगा तो मेरे को गड़बड़ हो सकती है। तो रिलायबिलिटी इंप्रूव हो सकती है, पहले आप अपनी कॉस्ट चेक कीजिए, कस्टमर का सेटिस्फेक्शन लेवल चेक कीजिए, फिर देखिए कि उसमें ड्यूरेबिलिटी कितनी है, जो चीज मैं उसको बता रहा हूँ उसको समझ आती भी है नहीं है, फिर आप रिलायबिलिटी इंक्रीज कर सकते हैं। कंप्यूटर एडेड डिजाइन। कंप्यूटर एडेड डिजाइन का मतलब होता है जब हम कंप्यूटर सिस्टम से कोई चीज या सॉफ्टवेयर या सिस्टम को डिवाइन करते हैं, जैसे 2D 3D डिजाइन जिसे बोलते हैं ना, आज के टाइम में चलते हैं, तो कंप्यूटर सिस्टम थे उनका टेस्टिंग भी प्रॉपर तरीके से हो गया होता है, प्लस लोगों को पसंद भी ज्यादा आती है। इसका फायदा क्या होता है, कोई कंपनी प्रॉफिट ज्यादा कमा लेती है और टाइम भी कम लगता है, कस्टमर का सेटिस्फेक्शन लेवल भी ज्यादा होता है, रिलायबिलिटी भी संतुष्टि होती है, मीन्स कॉमनलिटी भी साथ में आ जाती है, हमारे प्रोडक्ट कॉमन से भी आ जाते हैं। बिजनेस एप्लीकेशन फॉर कैड। हम बिजनेस में कौन कौन सी एप्लीकेशन करते हैं, इसमें जब कंप्यूटर एडेड डिजाइन करते हैं, सबसे पहले आइडिया जनरेशन। एक तो बिजनेस में कहता है आइडिया निकल के आता है, हर एक बंदा जो आईटी सेक्टर में होगा वो आपको एक आइडिया दे देगा भी ये सामान ऐसे बनता है, तो उस पे आप काम करेंगे। दूसरा आर्गुमेंटेशन। कंप्यूटर सिस्टम में आर्गुमेंटेशन भी होती है, कुछ बंदे उसको आर्ग्यू करने वाले भी होते हैं, इसमें ये प्रॉब्लम्स हैं, इनको कैसे दूर किया जाए या न्यू डिजाइन सेटअप किया जाए। फिर होती है मार्केट टेस्टिंग। जब कंप्यूटर डिजाइन आएगा तो उसकी मार्केटिंग में टेस्टिंग भी साथ में जरूर होती है। बिना मार्केट टेस्टिंग के कोई भी प्रोडक्ट जो है मार्केट में नहीं होता, तो कंप्यूटर डिजाइन के साथ मार्केट टेस्टिंग भी होनी जरूरी है।